ਜਿਹੜਾ ਕੀ ਐਕਸਲ ਦਾ ਇਸ਼ੂ ਹੈ ਜੀ, ਪਹਿਲਾਂ ਤਾਂ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗੀ ਖਬਰ ਹੈ ਅਲਬਰਟਾ ਦੇ ਲੋਕਾਂ ਲਈ ਜੀ। ਤੇ ਬਹੁਤ ਸਾਰੇ ਅਲਬਰਟਾ ਦੇ ਲੋਕ ਜਿਨ੍ਹਾਂ ਦੀਆਂ ਡਾਇਰੈਕਟ ਜੌਬ ਜਿਹੜੀਆਂ ਸਟੇਕ ਤੇ ਲੱਗੀਆਂ ਹੋਈਆਂ ਸੀ, ਸਪੈਸ਼ਲੀ ਜਿਹੜੀ ਪਾਈਪਲਾਈਨ ਦੀ ਕੰਸਟਰਕਸ਼ਨ ਦੇ ਨਾਲ ਵੀ ਸੰਬੰਧਿਤ ਸੀ। ਬਿਲਕੁਲ। ਔਰ ਸਾਡੇ ਨਹੀਂ ਇਕੱਲੇ ਅਮਰੀਕਾ ਦੇ ਲੋਕ ਵੀ ਜਿਹੜੇ ਉਹਦੇ ਜੀ। ਡਿਪੈਂਡ ਕਰਦੇ ਸੀ। ਤੇ ਦੂਸਰਾ ਸਾਡੀ એનર્ਜੀ ਸੈਕਟਰ ਲਈ ਇਹਦਾ ਬਹੁਤ ਹੀ ਜਿਹੜਾ ਇਨਕ੍ਰੈਡੀਬਲੀ ਕ੍ਰਿਟੀਕਲ ਜਿਹੜਾ ਇਹਦੀ ਇੰਪੋਰਟੈਂਸ ਹੈਗੀ। ਬਿਲਕੁਲ। ਤੇ ਦੋਹਾਂ ਹੀ ਪੱਖਾਂ ਤੋਂ ਮੈਂ ਸਮਝਦਾ ਕਿ ਤੇ ਬੈਡ ਨਿਊਜ਼ ਹੈ ਸਾਡੇ ਲਈ। ਸਰਕਾਰ ਦਾ ਕੋਈ ਐਟੀਟਿਊਡ ਹੈ ਜੀ। ਮੈਂ ਨਾ ਮਾਨੂ ਵਾਲਾ, ਉਹਦੇ ਬੜੇ ਰੀਜ਼ਨ ਨੇ। ਇਹ ਦੋ ਤਰ੍ਹਾਂ ਦੇ ਪੈਸੇ ਸੀ। ਅੱਛਾ ਜੀ। No string attached and here you have to have your fair share ਬਿਲਕੁਲ to take the federal money। ਤੇ ਇਹ ਜਿਹੜੀ ਸਰਕਾਰ ਆ ਬੜੀ ਚੁਸਤ ਸਰਕਾਰ ਆ। ਇਹਨੇ ਜਿਹੜੀ no string attached ਵਾਲੇ ਪੈਸੇ ਲੈ ਕੇ ਲੰਬੇ ਹੋਏ ਸੀ, ਪਰ ਉਹਦੇ ਤੋਂ ਬਾਅਦ ਇਹ ਜਿਹੜੇ ਪੈਸੇ ਜਿਹਦੇ ਨਾਲ 336 ਮਿਲੀਅਨ ਦੀ ਤੁਸੀਂ ਗੱਲ ਕੀਤੀ ਹੈ, ਕਈ ਵਾਰੀ ਸਰਕਾਰਾਂ ਫੈਡਰਲ ਗਵਰਨਮੈਂਟ ਤੇ ਇਲਜ਼ਾਮ ਲਾਉਂਦੀਆਂ ਭਾਈ ਵੀ ਸਾਨੂੰ ਗ੍ਰਾਂਟਸ ਨਹੀਂ ਭੇਜਦੇ, ਸਾਨੂੰ ਏਡਸ ਨਹੀਂ ਭੇਜਦੇ। ਹੁਣ ਵੇਖੋ ਇੰਨੀਆਂ ਵੱਡੀਆਂ ਗ੍ਰਾਂਟਸ ਭੇਜੀਆਂ ਨੇ ਫੈਡਰਲ ਗਵਰਨਮੈਂਟ ਨੇ, ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਜੀ ਹੱਥ ਤੇ ਹੱਥ ਰੱਖ ਕੇ ਬੈਠੀਆਂ। $7.5 ਬਿਲੀਅਨ ਸਟੇਕ ਤੇ ਲੱਗਾ ਵੈਟਰਨਸ ਲੋਕਾਂ ਦਾ, ਜਦੋਂ ਕਿ ਅੱਧੇ ਤੋਂ ਨੇੜੇ ਤੇੜੇ ਲੋਕ ਜਿਹੜੇ ਆ ਘਰੀ ਬੈਠੇ ਆ, ਜੋਬਾਂ ਹਨ ਉਹਨਾਂ ਦੇ ਕੋਲ ਬਿਲਕੁਲ ਟੋਲਦੇ ਆ। ਤੇ ਉਸ ਤੋਂ ਪਹਿਲਾਂ $4.7 ਬਿਲੀਅਨ ਜਿਹੜੀ ਟੈਕਸ ਰਿਬੇਟ ਦੇ ਵਿੱਚ ਉਹਨਾਂ ਕੰਪਨੀਆਂ ਨੂੰ ਦੇ ਚੁੱਕੇ ਆ ਜਿਨ੍ਹਾਂ ਨੇ ਬਿਸਤਰੇ ਬੰਨੇ ਹੋਏ ਸੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਤੁਸੀਂ ਨੋਟ ਕੀਤਾ ਹੋਵੇਗਾ ਕਿ ਪਿਛਲੇ ਕੁਝ ਦਿਨਾਂ ਤੋਂ ਅਲਬਰਟਾ ਦੀ ਰਾਜਨੀਤੀ ਵਿੱਚ ਕਾਫੀ ਉਤਾਰ ਚੜਾਵ ਦੇਖਣ ਨੂੰ ਮਿਲ ਰਹੇ ਹਨ। ਸੋ ਇਸ ਬਾਬਤ ਗੱਲਬਾਤ ਕਰਨ ਲਈ ਅੱਜ ਐਡਮਿੰਟਨ ਮੈਡੋਸ ਦੇ MLA ਸਰਦਾਰ ਜਸਵੀਰ ਦਿਓਲ ਸਾਡੇ ਸਟੂਡੀਓ ਪਹੁੰਚੇ ਹਨ। ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ, ਥੈਂਕ ਯੂ, ਧੰਨਵਾਦ ਤੁਹਾਡਾ ਮੈਨੂੰ ਮੌਕਾ ਦੇਣ ਲਈ। ਜੀ ਭਾਜੀ, ਅਲਬਰਟਾ ਦੀ ਰਾਜਨੀਤੀ ਵਿੱਚ ਕਾਫੀ ਉਤਾਰ ਚੜਾਅ ਆ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ। ਹਾਂਜੀ। ਔਰ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਆ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਜਿਹੜਾ ਸੱਤਾ ਪਰਿਵਰਤਨ ਹੋਇਆ। ਟਰੰਪ ਸਾਹਿਬ ਦੀ ਜਗ੍ਹਾ ਹੁਣ ਜੋ ਬਾਈਡਨ ਜੀ ਨੇ ਵਾਈਟ ਹਾਊਸ ਦੇ ਵਿੱਚ ਲੈ ਲਈ ਆ। ਹਾਂਜੀ। ਜਿੱਦਣ ਪਹਿਲੇ ਦਿਨ ਉਹ ਸੱਤਾ ਦੇ ਵਿੱਚ ਆਏ, ਆਪਣੇ ਆਫਿਸ ਵਿੱਚ ਬੈਠੇ, ਫਸਟ ਐਗਜ਼ੈਕਟਿਵ ਆਰਡਰ ਜਿਹੜਾ ਉਹਨਾਂ ਨੇ ਪਾਸ ਕੀਤਾ, ਉਹਦੇ ਨਾਲ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਸੀ ਉਹਨੂੰ ਕੈਂਸਲ ਕਰ ਦਿੱਤਾ ਜੀ। ਸੋ ਇਹ ਜਿਹੜੀ ਪਾਈਪਲਾਈਨ ਸੀ ਅਲਬਰਟਾ ਵਾਸਤੇ ਕਿੰਨੀ ਕੁ ਮਹੱਤਵਪੂਰਨ ਸੀ, ਔਰ ਜਿਹੜੀ ਤੁਹਾਡੀ ਪਾਰਟੀ ਆ ਉਹ ਇਸ ਕੈਂਸਲੇਸ਼ਨ ਦੇ ਬਾਰੇ ਕੀ ਪ੍ਰਤੀਕਿਰਿਆ ਕਰਦੀ ਹੈ ਜੀ? ਜਿਹੜਾ ਕੀ ਐਕਸਲ ਦਾ ਇਸ਼ੂ ਹੈ ਜੀ, ਪਹਿਲਾਂ ਤਾਂ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗੀ ਖਬਰ ਹੈ ਅਲਬਰਟਾ ਦੇ ਲੋਕਾਂ ਲਈ ਜੀ। ਤੇ ਬਹੁਤ ਸਾਰੇ ਅਲਬਰਟਾ ਦੇ ਲੋਕ ਜਿਨ੍ਹਾਂ ਦੀਆਂ ਡਾਇਰੈਕਟ ਜੌਬ ਜਿਹੜੀਆਂ ਸਟੇਕ ਤੇ ਲੱਗੀਆਂ ਹੋਈਆਂ ਸੀ, ਸਪੈਸ਼ਲੀ ਜਿਹੜੀ ਪਾਈਪਲਾਈਨ ਦੀ ਕੰਸਟਰਕਸ਼ਨ ਦੇ ਨਾਲ ਵੀ ਸੰਬੰਧਿਤ ਸੀ। ਬਿਲਕੁਲ। ਔਰ ਸਾਡੇ ਨਹੀਂ ਇਕੱਲੇ ਅਮਰੀਕਾ ਦੇ ਲੋਕ ਵੀ ਜਿਹੜੇ ਉਹਦੇ ਜੀ। ਡਿਪੈਂਡ ਕਰਦੇ ਸੀ। ਤੇ ਦੂਸਰਾ ਸਾਡੀ એનર્ਜੀ ਸੈਕਟਰ ਲਈ ਇਹਦਾ ਬਹੁਤ ਹੀ ਜਿਹੜਾ ਇਨਕ੍ਰੈਡੀਬਲੀ ਕ੍ਰਿਟੀਕਲ ਜਿਹੜਾ ਇਹਦੀ ਇੰਪੋਰਟੈਂਸ ਹੈਗੀ ਆ। ਬਿਲਕੁਲ। ਤੇ ਦੋਹਾਂ ਹੀ ਪੱਖਾਂ ਤੋਂ ਮੈਂ ਸਮਝਦਾ ਕਿ ਤੇ ਬੈਡ ਨਿਊਜ਼ ਹੈ ਸਾਡੇ ਲਈ। ਬਿਲਕੁਲ। ਦੂਸਰਾ ਇਹ ਆ ਵੀ ਸਰਕਾਰ ਜਿਹੜੀ ਆ, ਸਰਕਾਰ ਨੇ ਪਿਛਲੇ 2 ਸਾਲਾਂ ਤੋਂ, ਤੁਸੀਂ ਸੱਤਾ ਪਰਿਵਰਤਨ ਦੀ ਗੱਲ ਕੀਤੀ ਆ, 2 ਸਾਲ ਪਹਿਲਾਂ ਇਦਾਂ ਦਾ ਸੱਤਾ ਪਰਿਵਰਤਨ ਅਲਬਰਟਾ ਵਿੱਚ ਵੀ ਹੋਇਆ ਜੀ। ਤੇ ਉਹਦੇ ਤੋਂ ਬਾਅਦ ਸਰਕਾਰਾਂ ਦੀ ਅਪਰੋਚ ਇਸ ਪੂਰੇ ਟੋਟਲ ਇਸ਼ੂ ਬਾਰੇ ਕਿਹੋ ਜਿਹੀ ਰਹੀ ਹੈ, ਸਪੈਸ਼ਲੀ ਜਿਹੜੀ ਸਾਡੀ ਸਰਕਾਰ ਆ ਜੀ। ਤੇ ਮੈਂ ਸਮਝਦਾ ਕਿ ਉਹਦਾ ਵੀ ਜਿਹੜਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਆ। ਉਹ ਵੀ ਇੱਕ ਨਾਲ ਦੀ ਨਾਲ ਬਹੁਤ ਹੀ ਨਿਰਾਸ਼ਾਜਨਕ ਵਰਤਾਰਾ ਕਿ ਇਹਨਾਂ ਨੇ ਇਹਨੂੰ ਸਿਰਫ ਜਿਹੜੀ ਪਾਈਪਲਾਈਨ ਦਾ ਇਸ਼ੂ ਸੀ, એનર્ਜੀ ਸੈਕਟਰ ਦਾ ਇਸ਼ੂ ਸੀ, ਜਿਹਦੇ ਤੇ ਲੱਖਾਂ ਹੀ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਡਿਪੈਂਡ ਕਰਦੀ ਆ, ਉਹਨੂੰ ਇਹ ਪ੍ਰਭਾਵਿਤ ਕਰਦੀ ਆ। ਔਰ ਜਿਹੜੀ ਸਰਕਾਰ ਆ, ਸਰਕਾਰ ਦੇ ਬਹੁਤ ਵੱਡਾ ਜਿਹੜਾ ਰੈਵਨਿਊ ਆ ਜੀ, ਉਹ ਇਸ ਗੱਲ ਦੇ ਨਾਲ ਜੁੜਿਆ ਹੋਇਆ ਕਿ ਇਹਨੇ ਜਿਹੜੀਆਂ ਬਾਕੀ ਸਰਵਿਸਿਜ਼ ਆ ਉਹਨੂੰ ਕਿਵੇਂ ਜਿਹੜੀ ਸਪੋਰਟ ਕਰਨੀ ਆ, ਉਹਦੇ ਤੋਂ ਆਉਣਾ। ਉਹਦੇ ਨਾਲ ਜਿਸ ਢੰਗ ਨਾਲ ਇਹਨਾਂ ਨੇ ਆਪਣੇ ਜਿਹੜੇ ਪੋਲੀਟੀਕਲ ਲੋਕ ਉਹਨੂੰ ਸਿਰਫ ਫਿੱਟ ਕਰਨ ਲਈ ਜਗ੍ਹਾ ਤੇ ਇਸ ਮੌਕੇ ਨੂੰ ਮੈਂ ਸਮਝਦਾ ਵੀ ਇਸ ਪੋਲੀਟੀਕਲ ਮੌਕੇ ਦੇ ਤੌਰ ਤੇ ਲਿਆ ਵੀ ਹਾਰੇ ਹੋਏ MLA ਜਾਂ ਉਹ MLA ਜਿਨ੍ਹਾਂ ਨੇ ਜੇਸਨ ਕੈਨੀ ਹੋਣਾ ਲਈ ਸੀਟ ਛੱਡ ਦਿੱਤੀ ਸੀ, ਲੱਖਾਂ ਡਾਲਰਾਂ ਦੀਆਂ ਜਿਹੜੀਆਂ ਤਨਖਾਹਾਂ ਦੇ ਕੇ ਉਹਨਾਂ ਨੂੰ ਉੱਥੇ
ਐਡਜਸਟ ਕੀਤਾ ਗਿਆ ਉਹਨਾਂ ਨੂੰ, ਉੱਥੇ ਐਡਜਸਟ ਕਰਤਾ ਅਮਰੀਕਾ ਦੇ ਵਿੱਚ ਵੀ ਲੌਬੀ ਕਰ ਰਹੇ ਨੇ। ਇੱਕ ਤਾਂ ਇਹ ਵੀ ਇਸ ਵੇਲੇ ਸਵਾਲ ਹੈ ਵੀ ਕਿਹੜੀ ਲੌਬੀ ਕਰ ਰਿਹਾ ਸੀ ਜੀ, ਇਹ ਲੌਬੀ ਦੇ ਕੀ ਸਿੱਟੇ ਨਿਕਲੇ ਆ, ਕਿੱਥੇ ਉਹ ਕੰਮ ਕਰਦੇ ਸੀਗੇ ਜੀ। ਇਸੇ ਤਰ੍ਹਾਂ ਉਹਨਾਂ ਨੇ ਬਾਰ ਰੂਮ ਬਣਾ ਲਿਆ ਜਿਹੜੇ এনवायरमेंटਲਿਸਟ ਨੇ। ਹੁਣ ਤੁਸੀਂ ਦੇਖੋਗੇ ਜੇ ਕੈਨੀ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਉਹਦੇ ਤੇ ਬੜੇ ਉਹਨੇ ਬਰੈਗ ਕੀਤਾ, ਬੜੀਆਂ ਫੜਾਂ ਮਾਰੀਆਂ এনवायरमेंट ਦੀਆਂ, ਜਿਹੜੀਆਂ ਕੈਨੇਡਾ ਦੀ ਜਿਹੜੀ ਐਜ਼ ਅ ਸਿਗਨੇਟਰੀ ਟੂ ਦੀ ਯੂਨਾਈਟਿਡ ਨੇਸ਼ਨ ਜਿਹੜਾ ਡੈਕਲੇਰੇਸ਼ਨ ਆ, ਹਾਂਜੀ, ਉਹਦੇ ਤੇ ਸਾਰੇ ਦਾ ਸਾਰਾ ਰੋਲ ਐਜ਼ ਏ ਫੈਡਰਲ ਪੋਲੀਟੀਸ਼ੀਅਨ। ਤੇ ਜਦੋਂ ਦੇ ਉਹ ਆਏ ਆ ਲੋਕਾਂ ਨੂੰ ਭੰਡਣ ਤੇ ਲੱਗਾ ਹੋਇਆ, ਲੋਕਾਂ ਦੀ ਨਿੰਦਿਆ ਕਰਨ ਤੇ ਲੱਗਾ ਹੋਇਆ। ਤੇ ਜਿਹੜਾ ਅਲਬਰਟਾ ਦਾ એનર્ਜੀ ਪ੍ਰੋਗਰਾਮ ਸੀਗਾ ਉਹਨੂੰ ਆਪਣੇ এনवायरमेंट ਪ੍ਰੋਗਰਾਮ ਸੀ, ਉਹਨੂੰ ਜਿਹੜਾ ਕਲਾਈਮੇਟ ਲੀਡਰਸ਼ਿਪ ਪ੍ਰੋਗਰਾਮ ਉਹਨੂੰ ਕੈਂਸਲ ਕਰ ਦਿੱਤਾ, ਉਹਦੇ ਨਾਲ ਸੰਬੰਧਿਤ ਜੌਬਾਂ ਕੈਂਸਲ ਕਰ ਦਿੱਤੀਆਂ। ਮੇਰਾ ਮਤਲਬ ਇਹ ਸਾਰੇ ਜਿਹੜੇ ਇਸ਼ੂ ਰਲਾ ਕੇ ਇਹਨਾਂ ਨੂੰ ਤੁਹਾਨੂੰ ਦੇਖਣਾ ਬਣਦਾ। ਤੇ ਇਹਦਾ ਮੈਸੇਜ ਇਹ ਆ ਵੀ ਜੇ ਤੁਸੀਂ ਇਹਦੇ ਬਾਰੇ ਗੰਭੀਰ ਹੋ, ਥੋੜ੍ਹਾ ਜਿਹਾ ਵੀ ਸੰਜੀਦਾ ਹੋ ਜੀ, ਜਿਸ ਤਰ੍ਹਾਂ ਦਾ ਰੋਲ ਤੁਸੀਂ ਇੱਥੇ ਨਿਭਾਇਆ, US ਦੀਆਂ ਇਲੈਕਸ਼ਨਾਂ ਦੇ ਵਿੱਚ ਆਪਣੇ ਬੰਦੇ ਲਾਏ ਹੋਏ ਸੀ, ਤੇ ਜਿਸ ਤਰ੍ਹਾਂ ਤੁਸੀਂ ਫੈਡਰਲ ਦੀ ਪੋਲਿਟਿਕਸ ਆ ਜਾਂ ਪ੍ਰਧਾਨ ਮੰਤਰੀ ਆ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨੂੰ ਭੰਡਣ ਤੇ ਜ਼ੋਰ ਲਾਇਆ। 30 ਮਿਲੀਅਨ ਸਾਲ ਦਾ ਤੁਸੀਂ ਖਰਚਦੇ ਹੋ ਲੋਕਾਂ ਨੂੰ ਇੰਟੀਮੀਡੇਟ ਕਰਨ ਲਈ, ਉਹਨੂੰ ਮੁੜ ਦੁਬਾਰਾ ਸੋਚਣ ਦੀ ਲੋੜ ਹੈ ਕਿ ਸਟ੍ਰੈਟੇਜਿਕਲੀ ਤੁਸੀਂ ਆਪਣੇ ਰਿਲੇਸ਼ਨ ਕਿਵੇਂ ਬਿਲਡ ਕਰਨੇ ਆ ਜੀ, ਅਲਬਰਟਾ ਦੇ ਲੋਕਾਂ ਨਾਲ, ਪੂਰੇ ਕੈਨੇਡਾ ਦੇ ਲੋਕਾਂ ਨਾਲ, ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ। ਬਿਲਕੁਲ, ਤਾਂ ਨਾ ਕਿ ਦੁਬਾਰਾ ਕਿ ਤੁਸੀਂ ਇੱਕ ਬਹੁਤ ਵੱਡਾ ਜਿਹੜਾ ਤੁਹਾਡਾ ਟ੍ਰੇਡ ਪਾਰਟਨਰ ਆ ਅਮਰੀਕਾ, ਜਿਹਦੇ ਨਾਲ ਸਾਡਾ ਮੁਕਾਬਲਾ ਕੋਈ ਨਹੀਂ ਅਲਬਰਟਾ ਵਾਲਿਆਂ ਦਾ, ਉਹਦੇ ਨਾਲ ਬੇਫਜ਼ੂਲ ਜਿਹੜੇ ਤੁਸੀਂ ਨਾਅਰੇ ਮਾਰੋ, ਉਹਨਾਂ ਨੂੰ ਨਵੀਂ ਲੜਾਈ ਪਾ ਲਓ, ਉਹਦੇ ਵਿੱਚੋਂ ਨਿਕਲਣ ਦੀ ਕੋਈ ਆਸ ਨਹੀਂ ਹੈ ਜੀ। ਦਿਓਲ ਸਾਹਿਬ, ਇਸੇ ਨਾਲ ਅਗਲਾ ਸਵਾਲ ਜੁੜਿਆ ਹੋਇਆ ਵਾ ਕਿ ਇਸੇ ਪਾਈਪਲਾਈਨ ਦੇ ਵਿੱਚ ਜਿਹੜੀ ਸਾਡੀ ਜੇਸਨ ਕੇਨੀ ਦੀ ਗਵਰਨਮੈਂਟ ਹੈਗੀ ਆ, ਇਹਨਾਂ ਨੇ $1.5 ਬਿਲੀਅਨ ਡਾਇਰੈਕਟ ਇਨਵੈਸਟਮੈਂਟ ਕੀਤੀ ਹੋਈ ਆ, ਔਰ $6 ਬਿਲੀਅਨ ਦੇ ਜਿਹੜੇ ਇਹਨਾਂ ਨੂੰ ਲੋਨ ਗਾਰੰਟੀ ਸੀ ਦਿੱਤੀਆਂ ਹੋਈਆਂ ਨੇ। ਤੁਹਾਡੇ MLA ਨੇ ਜੀ ਕੈਥਲੀਨ ਗੈਨਲੇ NDP ਪਾਰਟੀ ਦੇ, ਉਹਨਾਂ ਵੱਲੋਂ ਜਿਹੜੀ ਪਬਲਿਕ ਅਕਾਊਂਟ ਕਮੇਟੀ ਆ ਉਸ ਵਿੱਚ ਇੱਕ ਮੋਸ਼ਨ ਪੇਸ਼ ਕੀਤਾ ਗਿਆ ਸੀ ਕਿ ਇਸ ਕੰਟਰੈਕਟ ਦੀਆਂ, ਇਸ ਡੀਲ ਦੀਆਂ ਜਿਹੜੀਆਂ ਫਾਈਨੈਂਸ਼ੀਅਲ ਡਿਟੇਲਸ ਨੇ ਉਹ ਪਬਲਿਕ ਕੀਤੀਆਂ ਜਾਣ। ਅੱਜ ਕੇਨੀ ਸਰਕਾਰ ਦੀ ਜਿਹੜੀ UCP ਪਾਰਟੀ ਦੀ ਕਾਕਸ ਆ, ਉਹਦੇ ਵੱਲੋਂ ਇਹ ਪ੍ਰਸਤਾਵ ਨੂੰ ਨਕਾਰ ਦਿੱਤਾ ਗਿਆ ਹੈ। ਸੋ ਇਸ ਬਾਬਤ ਤੁਹਾਡਾ ਕੀ ਵਿਚਾਰ ਆ? ਇਸ ਬਾਬਤ ਇਹ ਆ ਜੀ, ਪਹਿਲਾਂ ਤਾਂ ਪੂਰੇ 1.5-2 ਸਾਲ ਦਾ ਜਿਹੜੇ ਆਪੋਜੀਸ਼ਨ ਦੇ ਮਤੇ ਆ ਜੀ, ਜਿਹੜੇ ਬਹੁਤ ਹੀ ਮੈਂ ਸਮਝਦਾ ਕਿ ਅਲਬਰਟਾ ਦੇ ਲੋਕਾਂ ਦੇ ਬਹੁਤ ਕਲੋਜ਼ ਤੇ ਬੜੇ ਕੰਸਰਨਡ ਇਸ਼ੂਆਂ ਦੇ ਨਾਲ ਰਿਲੇਟਡ ਮਤੇ ਆ ਜੀ, ਉਹਨਾਂ ਨੂੰ ਡਿਫੀਟ ਕਰਨ ਦਾ ਜਿਹੜੀ ਵਿਧਾਨ ਸਭਾ ਦੇ ਅੰਦਰ ਇਹ ਕੋਈ ਉਹਨਾਂ ਦੀ ਪਹਿਲੀ ਵਾਰੀ ਨਹੀਂ ਸੀ। ਅੱਛਾ ਜੀ, ਇਹਦਾ ਉਹ ਪੂਰੀ ਐਨ ਪ੍ਰੋਪਰ ਰੈਕਡ ਬਣਾ ਚੁੱਕੇ ਆ। ਮੇਰੇ ਆਪਣੇ 2 ਮਤੇ ਜਿਹੜੇ ਸੀ ਐਂਟੀ ਰੇਸਿਜ਼ਮ ਪਾਲਿਸੀ ਫਰੇਮਵਰਕ ਦੇ ਨਾਲ ਸੰਬੰਧਿਤ ਸੀਗੇ, ਉਹਨਾਂ ਦੇ ਉੱਤੇ ਬੜੀਆਂ ਸਪੀਚਾਂ ਕਰਨ ਤੋਂ ਬਾਅਦ ਜਦੋਂ ਉਹ ਪ੍ਰਪੋਜ਼ ਕੀਤੇ ਗਏ ਨੇ, ਉਹਨਾਂ ਨੇ ਡਿਫੀਟ ਕਰਤਾ। ਕਈਆਂ ਤੇ ਡਿਬੇਟ ਵੀ ਨਹੀਂ ਹੋਣ ਦਿੱਤੀ। ਜਨਵਰੀ 20 ਦੀ ਗੱਲ ਹੈ ਜੀ, ਅਸੀਂ ਮੈਂਬਰ ਸਟੈਂਡਿੰਗ ਕਮੇਟੀ ਦਾ ਮੈਂ ਮੈਂਬਰ ਹਾਂ, ਮੈਂਬਰ ਸਰਵਿਸ ਸਟੈਂਡਿੰਗ ਕਮੇਟੀ, ਠੀਕ ਹੈ ਜੀ, ਉਹਦੇ ਵਿੱਚ ਮਤਾ ਰੱਖਿਆ ਸੀ ਕਿ ਤੁਸੀਂ ਮੈਨੂੰ ਆਪਣੇ ਅਨਫੀਸ਼ੀਅਲ ਗੱਲਬਾਤ ਕਰ ਰਹੇ ਸਾਂ, ਟਰੈਵਲ ਦਾ ਜਿਹੜਾ ਇਸ਼ੂ ਅਲਬਰਟਾ ਦਾ, ਪੈਟ ਰਹਿਨ ਨੇ ਹਾਂਜੀ ਫੇਸਬੁੱਕ ਤੇ ਪੋਸਟ ਪਾ ਕੇ ਇੱਕ ਅਪੋਲੋਜਾਈਜ਼ ਕੀਤੀ ਸੀ। ਅਪੋਲੋਜਾਈਜ਼ ਵੀ ਨਹੀਂ ਕੀਤਾ, ਆਪਣੇ ਜਿਹੜਾ CA ਸਾਹਿਬ ਦਾ ਕੰਸਟੀਚੁਐਂਸੀ ਅਸਿਸਟੈਂਟ, ਬਿਲਕੁਲ, ਉਹਨੂੰ ਬਲੇਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨੇ ਮੇਰੇ ਬਿਹਾਫ ਤੇ ਰੋਂਗ ਜਿਹੜੇ ਖਰਚੇ ਉਹ ਕਲੇਮ ਕਰ ਲਿਆ। ਅੱਛਾ ਜੀ, ਤੇ ਅਸੀਂ ਉਹਦੇ ਵਿੱਚ ਮੈਂਬਰ ਸਰਵਿਸ ਕਮੇਟੀ ਜਿਹੜੀ, ਉਹਦੇ ਵਿੱਚ ਉਹ ਰੈਜ਼ੋਲੂਸ਼ਨ ਰੱਖਿਆ ਸੀ ਵੀ ਇਹਦੇ ਵਿੱਚ ਪੈਟ ਰਹਿਨ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਜੀ, ਤਾਂ ਕਿ ਉਹ ਆਪਣਾ ਪੱਖ ਰੱਖ ਸਕੇ। ਪੈਟ ਰਹਿਨ ਜੂਨੀ ਜੀ ਇਹ ਵੀ ਇਲਜ਼ਾਮ ਲਾਇਆ ਸੀਗਾ ਵੀ ਭਾਈ ਜਦੋਂ ਮੈਂ ਸਰਕਾਰ ਦੇ ਵਿੱਚ ਸੀਗਾ ਤੇ ਮੈਂ ਸਰਕਾਰ ਦੀਆਂ ਕੁਝ ਨੀਤੀਆਂ, ਖਾਸ ਕਰਕੇ ਪੈਂਡੈਮਿਕ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਵਾ, ਇਕੋਨਮੀ ਦੇ ਉੱਪਰ ਜਿਹੜੀਆਂ ਰਿਸਟ੍ਰਿਕਸ਼ਨਸ ਲਗਾਈਆਂ ਨੇ ਉਹਦੇ ਉੱਪਰ ਮੈਂ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕਰ ਸਕਦਾ। ਹੁਣ ਮੈਂ ਪਾਰਟੀ ਤੋਂ ਅਲੱਗ ਹੋ ਗਿਆ ਤੇ ਮੈਨੂੰ ਹੁਣ ਮੌਕਾ ਮਿਲ ਗਿਆ ਵਾ, ਮੈਂ ਪੂਰੀ ਜਿਹੜੇ ਇਹ ਬਿਜ਼ਨੈਸਿਸ ਨੇ ਜਾਂ ਜਿਹੜੀ ਪੈਂਡੈਮਿਕ ਨੂੰ ਲੈ ਕੇ ਕਤਾਹੀਆਂ ਹੋਈਆਂ ਨੇ ਸਰਕਾਰ ਵੱਲੋਂ, ਉਸ ਉੱਪਰ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਹੁਣ। ਹਾਂ, ਉਹਨੇ ਚਲੋ ਆਪਣੀ ਜਸਟੀਫਿਕੇਸ਼ਨ ਦੇ ਦਿੱਤੀ ਜਿਹਦੀ ਕੋਈ ਸੈਂਸ ਨਹੀਂ ਬਣਦੀ ਬੇਸਿਕਲੀ ਜੀ। ਇਹ ਉਹਨੇ ਆਪਣੇ ਲੈਵਲ ਦੀ ਡਿਸਟਰੈਕਸ਼ਨ ਦਿੱਤੀ ਆ, ਕੈਨੀ ਸਾਹਿਬ ਇੱਕ ਪਾਰਟੀ ਲੈਵਲ ਦੇ ਉੱਤੇ ਡਿਸਟਰੈਕਸ਼ਨ ਦੇ ਰਹੇ ਨੇ ਇਸ ਇਸ਼ੂ ਨੂੰ ਜਿਹੜਾ ਆ ਉਹ ਰਲਗੱਡ ਕਰਨ ਦੇ ਲਈ। ਮੈਂ ਸਮਝਦਾ ਕਿ ਕਮੇਟੀ ਦੇ ਵਿੱਚ ਉਸ ਵੇਲੇ ਪਿਛਲੇ ਮਹੀਨੇ ਨਹੀਂ ਜੀ, ਜਨਵਰੀ 20 ਦੀ ਗੱਲਬਾਤ ਹੈ, ਮਤਾ ਰੱਖਿਆ ਸੀ ਵੀ ਸਿੰਪਲੀ ਉਹ MLA ਨੇ ਰਿਜ਼ਾਈਨ ਕਰਕੇ ਨਹੀਂ ਗਿਆ, ਹਜੇ ਵੀ ਉਹ ਸੰਸਦ ਦੇ ਵਿੱਚ ਇੱਥੇ
ਵਿਧਾਨ ਸਭਾ 'ਚ ਬੈਠਣਗੇ ਤੇ ਉਹਨਾਂ ਨੇ ਆਪ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਉਸ ਗੱਲ ਨੂੰ ਮੈਂਸ਼ਨ ਕੀਤਾ ਕਿ ਉਹ ਫੜੇ ਗਏ ਨੇ ਜਿਹੜੇ ਗਲਤ ਚਾਰजेस ਉੱਥੇ ਅੱਛਾ ਜੀ ਉਹਨਾਂ ਨੇ ਪਾਏ ਸੀ। ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਉਹ ਪੈਸੇ ਜਿਹੜੇ ਰਿਵਰਸ ਕਰਨ। ਬਿਲਕੁਲ ਠੀਕ ਹੈ, ਤਨਖਾਹ ਮਿਲਦੀ ਆ, ਗਲਤੀ ਉਹ ਆਪਣੀ ਮੰਨ ਗਏ ਆ, ਬਿਲਕੁਲ ਸਰਕਾਰ ਦੇ ਪੈਸੇ ਆ, ਲੋਕਾਂ ਦੇ ਪੈਸੇ ਆ, ਰਿਵਰਸ ਕਰਨ। ਜੀ ਉਦੋਂ ਵੀ ਯੂਸੀਪੀ ਦੇ ਮੈਂਬਰਾਂ ਨੇ, ਹਾਲਾਂਕਿ ਉਹ ਕਹਿੰਦੇ ਆ ਕਿ ਉਹ ਸਾਡੇ ਹੁਣ ਕਾਂਗਰਸ ਦੇ ਮੈਂਬਰ ਨਹੀਂ ਰਹੇ, ਉਸ ਵੇਲੇ ਵੀ ਉਹ ਮਤਾ ਡਿਫੀਟ ਕਰ ਦਿੱਤਾ। ਅੱਛਾ ਜੀ। ਤੇ ਅੱਜ ਫਿਰ ਹਫਤਾ ਹੋਇਆ, ਹਫਤਾ ਉਸ ਗੱਲ ਨੂੰ ਹਫਤਾ ਪੂਰਾ ਵੀ ਨਹੀਂ ਹੋਇਆ। ਤੇ ਦੂਸਰਾ ਮਤਾ ਤੁਸੀਂ ਗਿਆਨਲੀ ਦਾ, ਗਿਆਨਲੀ ਜਿਹੜੇ ਨੇ ਉਹ ਸਾਡੇ ਸਾਬਕਾ ਜਸਟਿਸ ਮਿਨਿਸਟਰ ਵੀ ਨੇ। ਅੱਛਾ ਜੀ। ਔਰ ਅਫੀਸ਼ੀਅਲ ਆਪੋਜੀਸ਼ਨ ਦੇ ਉਹ ਜਿਹੜੇ એનર્ਜੀ ਦੇ ਕ੍ਰਿਟਿਕ ਨੇ, ਉਹਨਾਂ ਨੇ ਲਿਆਂਦਾ। ਬਹੁਤ ਹੀ ਦੇਖੋ ਬੜਾ ਗੰਭੀਰ ਮਸਲਾ ਹੈ ਉਹ। ਬਿਲਕੁਲ ਗੰਭੀਰ ਹੈ ਜੀ। 20 ਤਰੀਕ ਨੂੰ ਇਹ ਚਾਰਜ ਲਿਆ ਜਾਂਦਾ ਜਿਹੜਾ ਉੱਥੇ ਪ੍ਰੈਜ਼ੀਡੈਂਟ ਇਲੈਕਟ ਵੱਲੋਂ ਅਮਰੀਕਾ ਦੇ ਵਿੱਚ। ਹਾਂਜੀ। ਕਿਸ ਢੰਗ ਦੇ ਨਾਲ ਇਹ ਮਾਰਚ ਦੇ ਵਿੱਚ ਅਨਾਉਂਸ ਕੀਤਾ ਗਿਆ, ਕਿਸ ਢੰਗ ਦੇ ਨਾਲ ਇਹ ਪੈਸੇ ਜਨਵਰੀ 20 ਤੋਂ ਪਹਿਲਾਂ ਟ੍ਰਾਂਸਫਰ ਕਰ ਦਿੱਤੇ ਗਏ, ਕਿਸ ਤਰ੍ਹਾਂ ਜਿਹੜੀਆਂ ਲੋਨ ਗਰੰਟੀਜ਼ ਹੈ ਜੀ, ਉਹ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਵੀ ਸਰਕਾਰ ਨੇ ਕੀ ਉਹਦਾ ਐਨਾਲਿਸਿਸ ਕੀਤਾ ਸੀ, ਕਿਹੜਾ ਰਿਸਕ ਐਨਾਲਿਸਿਸ ਕੀਤਾ ਸੀ, ਕੀ ਇਹਦੇ ਲਾਭ ਹੋਣ ਵਾਲੇ ਸੀ। ਬਿਲਕੁਲ ਉਹ ਜਾਣੀ ਕਿ ਡਿਟੇਲ, ਸਿਰਫ ਇਹੀ ਗੱਲ ਪੁੱਛੀ ਗਈ ਸੀ ਵੀ ਇਹਦੀ ਡਿਟੇਲ ਸਾਹਮਣੇ ਆਉਣੀ ਚਾਹੀਦੀ ਆ। ਤੇ ਉਹਨਾਂ ਨੇ ਇਹਦੇ ਖਿਲਾਫ ਵੋਟ ਪਾਤੀ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਜਿਹੜੇ ਗਵਰਨਮੈਂਟ ਦੇ ਮੈਂਬਰ ਸੀ ਕਿ ਅਸੀਂ ਇਹ ਤੇ ਬਹਿਸ ਹੀ ਨਹੀਂ ਕਰਨੀ। ਅੱਛਾ ਜੀ। ਤੁਸੀਂ ਅੰਦਾਜ਼ਾ ਲਾਓ ਵੀ ਉਹ ਬੋਲਣ ਨੂੰ ਵੀ ਤਿਆਰ ਨਹੀਂ, ਕਿਉਂਕਿ ਕਹਿਣ ਨੂੰ ਕੁਛ ਨਹੀਂ ਸੀ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਤੁਸੀਂ ਵੋਟ ਕਿਉਂ ਇਹਦੇ ਖਿਲਾਫ ਪਾਈ ਹੈ ਜੀ। ਤੇ ਇਹ ਬਹੁਤ ਹੀ ਜਾਣੀ ਕਿ ਮੈਂ ਸਮਝਦਾ ਮੰਦਭਾਗੇ ਦੌਰ ਚੋਂ ਅਲਬਰਟਾ ਲੰਘ ਰਿਹਾ ਔਰ ਜਿਹੜੇ ਅਲਬਰਟਾ ਨੇ ਬਹੁਤ ਕਲੋਜ਼ਲੀ ਨੋਟ ਕਰ ਰਹੇ ਆ ਔਰ ਆਪੋਜੀਸ਼ਨ ਜਿਹੜੀ ਆ ਉਹ ਆਪਣਾ ਪੂਰੀ ਜ਼ਿੰਮੇਵਾਰੀ ਦੇ ਨਾਲ ਰੋਲ ਨਿਭਾ ਰਹੀ, ਨਾ ਕਿ ਕਮੇਟੀਆਂ 'ਚ, ਨਾ ਇਕੱਲਾ ਉਹ ਪਈ ਵਿਧਾਨ ਸਭਾ ਦੇ ਅੰਦਰ। ਅਸੀਂ ਆਪਣੇ ਤੌਰ ਦੇ ਉੱਤੇ ਵੀ ਇੱਕ ਜਿਹੜਾ ਕੰਸਲਟੇਸ਼ਨ ਕੰਪੇਨ ਜਿਹੜੀ ਅਲਬਰਟਨਸ ਦੇ ਨਾਲ ਖੋਲੀ ਹੋਈ ਆ ਜੀ, ਤੇ albertasfuture.ca ਅੱਛਾ ਜੀ, ਵੈਬਸਾਈਟ ਬਣਾਈ ਹੋਈ ਆ। ਲਗਾਤਾਰ ਅਸੀਂ ਲੋਕਾਂ ਦੇ ਨਾਲ ਕੰਸਲਟ ਕਰ ਰਹੇ ਹਾਂ ਵੀ ਇਕਨੋਮਿਕ ਪਾਲਿਸੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਨੂੰ ਕਿਵੇਂ ਬਚਾਇਆ ਜਾ ਸਕਦਾ ਤੇ ਉਹਨੂੰ ਜਿਹੜਾ ਹੋਰ ਸਟਰੋਂਗ ਕੀਤਾ ਜਾ ਸਕਦਾ ਜੀ, ਹੈਲਥ ਕੇਅਰ ਦੇ ਬਾਰੇ। ਮੇਰਾ ਆਪਣਾ ਜਿਹੜਾ ਪੋਰਟਫੋਲੀਓ ਆ, ਮੈਂ ਅਫੀਸ਼ੀਅਲ ਆਪੋਜੀਸ਼ਨ ਅਫੀਸ਼ੀਅਲ ਕ੍ਰਿਟਿਕ ਆ ਮਲਟੀਕਲਚਰਿਜ਼ਮ ਦਾ ਜੀ, ਉਹਦੇ ਬਾਰੇ ਆ ਵੀ ਮਲਟੀਕਲਚਰਿਜ਼ਮ ਤੇ ਇੱਕ ਪ੍ਰੋਪਰ ਜਿਹੜੀ ਕੰਪਰੀਹੈਂਸਿਵ ਪਾਲਿਸੀ ਜਿਹੜਾ ਡਿਵੈਲਪ ਕਰਨੀ, ਕ੍ਰੀਏਟ ਕਰਨੀ। ਉਹਦੇ ਲਈ 2 ਅਸੀਂ ਕਰ ਚੁੱਕੇ ਹਾਂ ਜਿਹੜੇ ਕੰਸਲਟੇਸ਼ਨ ਟਾਊਨ ਹਾਲਸ। ਅਗਲਾ ਸਾਡਾ 6 ਤਰੀਕ ਨੂੰ। ਮੈਂ ਲੋਕਾਂ ਨੂੰ ਅਪੀਲ ਕਰਨੀ ਆ ਤੁਹਾਡੇ ਪਲੇਟਫਾਰਮ ਤੋਂ albertasfuture.ca ਤੇ ਜਾਓ ਜ਼ਰੂਰ, ਆਪਣੀ ਫੀਡਬੈਕ ਜ਼ਰੂਰ ਦਿਓ, ਇਹ ਬਹੁਤ ਇੰਪੋਰਟੈਂਟ ਹੈ। albertasfuture.ca ਤੇ ਦਿਓਲ ਸਾਹਿਬ ਇੱਕ ਹੋਰ ਕੁਐਸਚਨ ਸੀਗਾ, ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਜਦੋਂ ਹੌਲੀਡੇ ਸੀਜ਼ਨ ਚੱਲ ਰਿਹਾ ਸੀਗਾ, ਅਲਬਰਟਾ ਦੇ ਕਾਫੀ MLAs ਤੇ ਜਿਹੜੇ ਮਿਨਿਸਟਰ ਸੀਗੇ ਉਹ ਜਨਤਾ ਨੂੰ, ਅਲਬਰਟਨਸ ਨੂੰ ਘਰੋਂ ਘਰੀ ਬਿਠਾ ਕੇ ਵੀ ਤੁਹਾਨੂੰ ਰਿਸਟ੍ਰਿਕਸ਼ਨ ਲਗਾ ਦਿੱਤੀਆਂ ਨੇ, ਤੁਸੀਂ ਕਿਤੇ ਨਹੀਂ ਜਾਣਾ, ਕੋਵਿਡ ਦੇ ਕਰਕੇ ਸਾਰਿਆਂ ਨੂੰ ਘਰੋਂ ਘਰੀ ਰਹਿਣਾ ਲਾਜ਼ਮੀ ਕਰ ਦਿੱਤਾ ਤੇ ਆਪ ਉਹ ਛੁੱਟੀਆਂ ਬਿਤਾਉਣ, ਕੋਈ ਹਵਾਈ ਪਹੁੰਚ ਗਿਆ, ਕੋਈ ਕੈਰੀਬੀਅਨ ਆਈਲੈਂਡਸ ਪਹੁੰਚ ਗਿਆ, ਕੋਈ ਕਿਤੇ ਪਹੁੰਚ ਗਿਆ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਸੀਗਾ, ਇਹਨੂੰ ਤੁਹਾਡੀ ਪਾਰਟੀ ਜਿਹੜੀ ਉਹ ਕਿਵੇਂ ਦੇਖਦੀ ਹੈ? ਪਾਰਟੀ ਨੇ ਜੀ ਬਹੁਤ ਕੁਝ ਇਹਦੇ ਬਾਰੇ ਪਬਲਿਕਲੀ ਕਿਹਾ ਜੀ। ਪਾਰਟੀ ਨੇ ਨਹੀਂ ਕਿਹਾ, ਮੇਰੇ ਖਿਆਲ ਅਲਬਰਟਾ ਦੇ ਲੋਕਾਂ ਨੇ ਜਿਸ ਢੰਗ ਦੇ ਨਾਲ ਇਹਦੇ ਤੇ ਆਪਣੀ ਫੀਡਬੈਕ, ਆਪਣਾ ਰਿਐਕਸ਼ਨ ਦਿੱਤਾ, ਉਹ ਅਨਪ੍ਰੈਸੀਡੈਂਟ ਹੈ। ਅਦਰਵਾਈਜ਼ ਜਿਹੜੇ ਪ੍ਰੀਮੀਅਰ ਆ, ਇਹਨਾਂ ਨੂੰ ਬੈਕਫੁੱਟ ਤੇ ਕਦੇ ਵੀ ਨਾ ਆਉਂਦੇ ਜਿੱਦਾਂ ਦਾ ਇਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਬਿਹਾਰ ਦੇਖਣ ਨੂੰ ਆਇਆ। ਤੇ ਜਿਹੜੀ ਉਹ ਮਿਨਿਸਟਰ ਸੀ ਰਿਸਪੌਂਸੀਬਲ, ਜਿਹੜੀ ਕਮਾਲ ਦੀ ਗੱਲ ਇਹ ਆ ਵੀ ਦਸੰਬਰ ਦੇ ਤੀਸਰੀ ਵੀਕ ਦੇ ਵਿੱਚ ਜਾ ਕੇ ਜਦੋਂ ਜਿਹੜੀ ਵੈਕਸੀਨੇਸ਼ਨ ਇੰਪਲੀਮੈਂਟ ਹੋਣੀ ਹੈ ਅਲਬਰਟਾ ਦੇ ਵਿੱਚ, ਤੇ ਉਹ ਮਿਨਿਸਟਰ ਜਿਹੜੇ ਇੰਚਾਰਜ ਨੇ ਉਸ ਫੁੱਲ ਇੰਪਲੀਮੈਂਟੇਸ਼ਨ ਦੇ, ਉਹ ਛੱਡ ਕੇ ਸਾਰਾ ਕੁਝ ਬਾਹਰ ਚਲ ਗਿਆ ਘੁੰਮਣ। ਤੇ ਜਦੋਂ ਲੋਕਾਂ ਨੂੰ ਕਹਿੰਦੇ ਕਿ ਬਾਹਰ ਜਾਣਾ ਅਲਾਉਡ ਨਹੀਂ ਹੈ, ਤੇ ਇਦੋਂ ਜਾਣੀ ਕਿ ਮੈਂ ਹਾਸੋਹੀਣੀ ਗੱਲ ਤੇ ਇਦੋਂ ਦੁਖਦਾਈ ਗੱਲ ਜਿਹੜੀ ਕੋਈ ਹੋਰ ਹੋ ਨਹੀਂ ਸਕਦੀ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਪਰ ਜਿਹੜੇ ਪ੍ਰੀਮੀਅਰ ਨੇ ਉਹਨਾਂ ਦਾ ਜਿਹੜਾ ਸੁਭਾਅ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਬਹੁਤ ਬੇਸ਼ਰਮੀ ਵਾਲਾ, ਉਹਦੇ ਤੋਂ ਬਾਅਦ ਫਿਰ ਇੱਕ ਨਵਾਂ ਇਸ਼ੂ ਜਿਹੜਾ ਡਿਸਟਰੈਕਸ਼ਨ ਦੇ ਰੂਪ ਚ ਲਾਇਆ ਵੀ ਅਸੀਂ ਜੀ MLA ਰੀਕਾਲ ਜਿਹੜੀ ਆ ਉਹ ਇੱਕ ਲੈਜਿਸਲੇਸ਼ਨ ਲੈ ਕੇ ਆਵਾਂਗੇ। ਉਹਦੇ ਬਾਰੇ ਇਹ ਬੜਾ ਵੱਖਰਾ ਮੇਰਾ ਵਿਊ, ਮੈਨੂੰ ਪਤਾ ਨਹੀਂ ਕਿੰਨਾ ਟਾਈਮ ਹੈ ਤੁਹਾਡੇ TV ਦੇ ਇਹਦੇ ਸੈਗਮੈਂਟ ਦੇ ਵਿੱਚ। ਉਹ ਇੱਦਾਂ ਦੇ ਬਿੱਲ 26, ਬਿੱਲ 27, ਬਿੱਲ 28 ਜਿਨ੍ਹਾਂ ਨੂੰ ਅਸੀਂ ਬਹੁਤ ਲੰਬਾ ਸਮਾਂ ਉੱਤੇ ਡਿਬੇਟ ਕੀਤਾ, ਉਹ ਇੱਦਾਂ ਦੇ ਭੈੜੇ ਬਿੱਲ ਲੈ ਕੇ ਆਉਂਦੇ ਆ। ਲਗਾਤਾਰ ਕੋਸ਼ਿਸ਼ ਕਰਦੇ ਆ ਵੀ ਲੋਕਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੂੰ ਅਕਾਊਂਟੇਬਲ ਜਿਹੜਾ ਬਣਾਈਏ। ਤੇ ਸੈਸ਼ਨ ਵੀ ਇੰਨੇ ਲੰਬੇ ਚੱਲੇ ਆ
ਸੈਸ਼ਨ ਦੇ ਪੈਸੇ ਵੀ ਪਿਛਲੇ ਸਮਿਆਂ ਨਾਲੋਂ ਕਿਤੇ ਵੱਧ ਖਰਚੇ ਜਾ ਰਹੇ ਆ। ਅੱਛਾ ਜੀ। ਉਹ ਵੀ ਲੋਕਾਂ ਦਾ ਪੈਸਾ ਵੇਸਟ ਹੋ ਰਿਹਾ ਬਿਲਕੁਲ। ਜਿਹੜੇ ਬੇਫਜ਼ੂਲ ਬਿੱਲਾਂ ਦੇ ਉੱਤੇ। ਉਹ ਬਿੱਲ ਇੱਕ ਇਦਾਂ ਦਾ ਆ ਵੀ ਉਹਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਪੋਲੀਟੀਕਲ ਕੰਟਰੀਬਿਊਸ਼ਨ ਹੈ ਉਹ ਇੱਕਦਮ $10,000 ਤੱਕ ਵਧਾ ਦਿੱਤੀ। ਅੱਛਾ ਜੀ। ਪਰ ਪਰਸਨ, ਪਰ ਕੈਂਡੀਡੇਟ, ਔਰ ਐਜ਼ ਮੈਨੀ ਕੈਂਡੀਡੇਟ ਯੂ ਵਾਂਟ ਟੂ ਡੂ ਇਟ। ਅੱਛਾ ਜੀ। ਹਾਂਜੀ, ਪਰ ਯਾਰ ਜਿੱਥੇ ਉਹ ਕੰਟਰੀਬਿਊਸ਼ਨ ਅਸੀਂ 4,000 ਤੇ ਲਿਆਂਦੀ ਸੀ ਪਿਛਲੀ ਵਾਰੀ, ਇੱਕੋ ਹੀ ਕੈਂਡੀਡੇਟ ਨੂੰ ਦੇ ਸਕਦੇ, ਜਿਹਨੂੰ ਮਰਜ਼ੀ ਦੇ ਦਿਓ। ਜੇ ਵੰਡ ਕੇ ਦੇਣੀ ਆ ਤੇ ਜਿੰਨੀ ਮਰਜ਼ੀ ਦੇ ਦਿਓ, ਪਰ ਕੈਪ ਕਰ ਦਿੱਤੀ ਸੀ ਉਹ। ਠੀਕ ਹੈ ਜੀ। ਉਹ ਹੁਣ ਨਹੀਂ ਇਹ ਕਰਤੀ ਵੀ ਜੇ ਇੱਕ ਬੰਦਾ ਸੋਚੇ ਵੀ ਕੌਂਸਲ ਖਰੀਦਣੀ 12 ਬੰਦਿਆਂ ਦੀ 4 ਸਾਲਾਂ 'ਚ ਖਰੀਦ ਸਕਦਾ ਉਹ। ਤੇ ਇਦਾਂ ਦੀ ਜਿਹੜੀ ਉਹਨਾਂ ਦੀ ਲੋਕਾਂ ਪ੍ਰਤੀ ਪ੍ਰਤੀਬੱਧਤਾ, ਤੇ ਦੂਸਰੇ ਪਾਸੇ ਮੈਂ ਸਮਝਦਾ ਵੀ ਉਹਨੂੰ ਡਿਸਟਰੈਕਸ਼ਨ ਨੂੰ ਇੱਕ ਤੋਂ ਇੱਕ ਬਾਅਦ ਉਹਨਾਂ ਦੇ ਸਕੈਂਡਲ ਨਿਕਲ ਰਹੇ ਆ, ਫਸਣਗੇ ਉਹ ਲੋਕ, ਜ਼ਰੂਰ ਉਹਨਾਂ ਦਾ ਹਿਸਾਬ ਮੰਗਣਗੇ। ਦਿਓਲ ਸਾਹਿਬ, ਮੁੱਦੇ ਹੋਰ ਵੀ ਨੇ, ਉਹਨਾਂ ਬਾਤ ਗੱਲਬਾਤ ਕਰਾਂਗੇ ਆਪਾਂ। ਇੱਥੇ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਵਾ, ਔਰ ਬ੍ਰੇਕ ਤੋਂ ਬਾਅਦ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਜੀ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਐਡਮਿੰਟਨ ਮੈਡੋਸ ਤੋਂ MLA ਸਰਦਾਰ ਜਸਵੀਰ ਦਿਓਲ ਜੀ ਦੇ ਨਾਲ। ਭਾਜੀ, ਇੱਕ ਹੋਰ ਰਿਪੋਰਟ ਆਈ ਹੈ ਜੀ, ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ ਬੋਡੀ, ਇੱਕ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਆ ਕਿ ਜਦੋਂ ਪੈਂਡੈਮਿਕ ਰਿਲੀਫ ਵਾਸਤੇ ਫੈਡਰਲ ਗਵਰਨਮੈਂਟ ਨੇ ਵੱਖ-ਵੱਖ ਸੂਬਿਆਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਸੀ, 10 ਵਿੱਚੋਂ 6 ਸੂਬੇ ਜਿਹੜੇ ਨੇ ਉਸ ਫਾਈਨੈਂਸ਼ੀਅਲ ਹੈਲਪ ਨੂੰ ਪ੍ਰੋਪਰਲੀ ਯੂਟਿਲਾਈਜ਼ ਨਹੀਂ ਕਰ ਸਕੇ। ਔਰ ਜੇਕਰ ਅੰਕੜੇ ਦੇਖੇ ਜਾਣ ਤੇ ਲਗਭਗ 24 ਬਿਲੀਅਨ ਦੀ ਜਿਹੜੀ ਏਡ ਸੀਗੀ ਉਹ ਵੱਖ-ਵੱਖ ਸੂਬਿਆਂ ਨੂੰ ਦਿੱਤੀ ਗਈ ਸੀ। ਔਰ ਅਲਬਰਟਾ ਦੀ ਗੱਲ ਕਰੀਏ ਤੇ $336 ਮਿਲੀਅਨ ਦੀ ਜਿਹੜੀ ਏਡ ਸੀ ਉਹ ਅਨਯੂਜ਼ਡ ਰਹਿ ਗਈ। ਸੋ ਇਹ ਜਿਹੜੀ ਏਡ ਦਿੱਤੀ ਗਈ ਸੀ, ਬੇਸਿਕਲੀ ਦਿੱਤੀ ਗਈ ਸੀ ਵੀ ਇਕਨੋਮੀ ਨੂੰ ਪ੍ਰੋਪਰਲੀ ਰੀਓਪਨ ਕੀਤਾ ਜਾ ਸਕੇ, ਜਿਹੜੇ ਸਾਡੇ ਸਕੂਲਸ ਨੇ, ਡੇ ਕੇਅਰਸ ਨੇ, ਉਹਨਾਂ ਨੂੰ ਹੈਲਪ ਕੀਤੀ ਜਾ ਸਕੇ, ਜਾਂ ਜਿਹੜੇ ਗਰੋਸਰੀ ਸਟੋਰਸ ਦੇ ਵਿੱਚ ਕੰਮ ਕਰਦੇ ਨੇ ਲੋਕ, ਜਾਂ ਜਿਹੜੇ ਫਰੰਟ ਲਾਈਨਰਸ ਨੇ ਹਸਪੀਟਲਸ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀਆਂ ਵੇਜਸ ਨੂੰ ਟੌਪ ਅਪ ਕੀਤਾ ਜਾਵੇ, ਉਹਨਾਂ ਦੀ ਜਿਹੜੀ ਇਸ ਪੈਂਡੈਮਿਕ ਦੇ ਸਮੇਂ ਜੋ ਕੰਮ ਕੀਤਾ ਵਾ ਉਹਨੂੰ ਰੈਕੋਗਨਾਈਜ਼ ਕੀਤਾ ਜਾ ਸਕੇ। ਪਰ ਇਹ ਸਰਕਾਰਾਂ ਜਿਹੜੀਆਂ ਨੇ, ਸੂਬਾ ਸਰਕਾਰਾਂ, ਉਹ ਅਸਫਲ ਰਹੀਆਂ ਇਸ ਸਾਰੇ ਰਾਸ਼ੀ ਨੂੰ ਵਰਤਣ ਦੇ ਲਈ। ਸੋ ਅਲਬਰਟਾ, ਖਾਸ ਕਰਕੇ ਅਲਬਰਟਾ ਸਰਕਾਰ ਦੇ ਪ੍ਰਤੀ NDP ਪਾਰਟੀ ਕੀ ਸੋਚਦੀ ਹੈ ਇਸ ਬਾਰੇ? ਮੈਂ ਸਮਝਦਾ ਜੀ ਬਹੁਤ ਇੰਪੋਰਟੈਂਟ ਤੁਸੀਂ ਕੁਐਸਚਨ ਕੀਤਾ। ਇਹਦੇ ਬਾਰੇ ਮੈਨੂੰ ਮੇਰੇ ਕੰਸਟੀਚੁਐਂਟਸ ਤੋਂ, ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਆ ਜੀ, ਬੜੀ ਉਹਨਾਂ ਦੀ ਫੀਡਬੈਕ ਆਈ ਆ ਤੇ ਬਹੁਤ ਵਾਰੀ ਇਹਦੇ ਤੇ ਵਿਧਾਨ ਸਭਾ ਦੇ ਵਿੱਚ ਬੋਲ ਚੁੱਕੇ ਆ। ਤੇ ਸਰਕਾਰ ਦਾ ਇੱਕ ਉਹੀ ਐਟੀਟਿਊਡ ਹੈ ਮੈਂ ਨਾ ਮਾਨੂ ਵਾਲਾ, ਉਹਦੇ ਬੜੇ ਰੀਜ਼ਨ ਨੇ। ਇਹ ਦੋ ਤਰ੍ਹਾਂ ਦੇ ਪੈਸੇ ਸੀ। ਅੱਛਾ ਜੀ। ਨੋ ਸਟ੍ਰਿੰਗ ਅਟੈਚਡ ਐਂਡ ਯੂ ਹੈਵ ਟੂ ਹੈਵ ਯੂਰ ਫੇਅਰ ਸ਼ੇਅਰ, ਬਿਲਕੁਲ, ਟੂ ਟੇਕ ਦੀ ਫੈਡਰਲ ਮਨੀ। ਤੇ ਇਹ ਜਿਹੜੀ ਸਰਕਾਰ ਆ, ਬੜੀ ਚੁਸਤ ਸਰਕਾਰ ਹੈ। ਇਹਨੇ ਜਿਹੜੀ ਨੋ ਸਟ੍ਰਿੰਗ ਅਟੈਚ ਵਾਲੇ ਪੈਸੇ ਲੈ ਕੇ ਲੰਬੇ ਹੋਈ ਸੀ, ਪਰ ਉਹਦੇ ਤੋਂ ਬਾਅਦ ਇਹ ਜਿਹੜੇ ਪੈਸੇ, ਜਿਹਦੇ ਨਾਲ 336 ਮਿਲੀਅਨ ਦੀ ਤੁਸੀਂ ਗੱਲ ਕੀਤੀ ਹੈ, ਇਹ ਅਮਾਊਂਟ ਜਿਹਦੇ ਵਿੱਚ ਫੈਡਰਲ ਗਵਰਨਮੈਂਟ ਨੇ ਪ੍ਰੋਵਿੰਸਸ ਨੂੰ ਥੋੜਾ ਜਿਹਾ ਆਪਣਾ ਸ਼ੇਅਰ, ਜਿਹੜਾ ਬਹੁਤ ਛੋਟਾ ਪਰਸੈਂਟ, ਫੈਡਰਲ ਗਵਰਨਮੈਂਟ ਨੇ $8 ਦੇਣੇ ਸੀ ਔਰ ਪ੍ਰੋਵਿੰਸ਼ੀਅਲ ਨੇ $2 ਦੇ ਵਿੱਚ ਐਡ ਕਰਨੇ ਸੀ, ਬਹੁਤ ਥੋੜਾ ਸੀ। ਉਹ ਪੂਰੇ ਦੇ ਪੂਰੇ ਉੱਥੇ ਪਏ ਆ। ਇਹ ਜਿਹੜਾ ਇਕਨੋਮਿਕ ਸਟਿਮੂਲਸ ਪੈਕੇਜ ਹੈ ਜੀ, ਇਹ ਜਿਹੜੀਆਂ ਇੱਕ ਸਰਕਾਰਾਂ, ਰਾਈਟ ਵਿੰਗ ਸਰਕਾਰਾਂ ਪਿਛਲੇ ਸਮੇਂ 'ਚ ਪ੍ਰੋ ਬਿਜ਼ਨਸ ਦਾ ਨਾਰਾ ਦੇ ਕੇ ਸੱਤਾ ਦੇ ਵਿੱਚ ਆਈਆਂ, ਤੁਸੀਂ ਇਹਨਾਂ ਦੀ ਜਿਹੜੀ ਕਮਿਟਮੈਂਟ ਹੈ, ਜਿਹੜੀ ਇਹਨਾਂ ਦੀ ਫਿਕਰਮੰਦੀ ਆ, ਇਹ ਤੋਂ ਉਹਨਾਂ ਦਾ ਅੰਦਾਜ਼ਾ ਲਾ ਸਕਦੇ ਹੋ, ਉਹਦੇ ਨਾਲ ਪ੍ਰਤੀਬੱਧਤਾ ਕਿ ਇਕਨੋਮੀ ਨੂੰ ਜਿਹੜਾ ਰਿਵਾਈਵ ਕਰਨ ਲਈ, ਇਕਨੋਮੀ ਦੀ ਰਿਕਵਰੀ ਲਈ, ਕੋਵਿਡ ਦੀ ਕੰਟੇਨਮੈਂਟ ਲਈ, ਲੋਕਾਂ ਦੀ ਸਿਹਤ ਸੁਰੱਖਿਆ ਲਈ, ਜਿਹੜਾ ਪੈਸਾ ਟੀਚਰਾਂ ਲਈ, ਸਕੂਲਾਂ ਲਈ, ਸਮਾਲ ਬਿਜ਼ਨਸ ਲਈ ਤੇ ਹਸਪਤਾਲਾਂ 'ਚ ਕੰਮ ਕਰਦੇ ਲੋਕਾਂ ਲਈ, ਜਿਹੜੇ ਅਸੈਂਸ਼ੀਅਲ ਸਰਵਿਸ 'ਚ ਕੰਮ ਕਰਦੇ ਕਲਰਕ ਨੇ, ਉਹਨਾਂ ਲਈ ਆਉਣਾ ਸੀਗਾ। ਤੇ ਇਹ ਮੈਂ ਸਮਝਦਾ ਕਿ ਇਹ ਮੈਨੂੰ ਇਹਦੇ ਲਈ ਲਫ਼ਜ਼ ਨਹੀਂ ਲੱਭ ਰਿਹਾ ਕਿ ਜਿਵੇਂ ਕਹਿੰਦੇ ਹੁੰਦੇ ਖੂਨ ਕਿੱਦਾਂ ਚਿੱਟਾ ਹੋਇਆ ਪਿਆ ਸਰਕਾਰ ਦਾ, ਉਹ ਹਾਲਾਤ ਨੇ। ਤੇ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵਾਂ ਜਿਹੜਾ ਇੱਕ ਪੋਲੀਟੀਕਲ ਡਰਾਮੇਬਾਜ਼ੀ ਜਿਹੜੀ, ਬਿਲਕੁਲ ਜੀ। ਆਪਾਂ ਦੇਖਿਆ ਵੀ ਕਈ ਵਾਰੀ ਸਰਕਾਰਾਂ ਫੈਡਰਲ ਗਵਰਨਮੈਂਟ ਤੇ ਇਲਜ਼ਾਮ ਲਾਉਂਦੀਆਂ, ਭਾਈ ਵੀ ਸਾਨੂੰ ਗ੍ਰਾਂਟਸ ਨਹੀਂ ਭੇਜਦੇ, ਸਾਨੂੰ ਏਡਸ ਨਹੀਂ ਭੇਜਦੇ। ਹੁਣ ਵੇਖੋ ਇੰਨੀਆਂ ਵੱਡੀਆਂ ਗ੍ਰਾਂਟਸ ਭੇਜੀਆਂ ਨੇ ਫੈਡਰਲ ਗਵਰਨਮੈਂਟ ਨੇ, ਤੇ ਜਿਹੜੀਆਂ ਸੂਬਾ ਸਰਕਾਰਾਂ ਨੇ ਜੀ ਉਹ ਹੱਥ ਤੇ ਹੱਥ ਰੱਖ ਕੇ ਬੈਠੀਆਂ ਨੇ। ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਹੋਰ ਵੀ ਥੋੜਾ ਜਿਹਾ ਇਹਨੂੰ ਕੰਪੈਰੇਟਿਵਲੀ ਦੇਖੋ ਵੀ ਹੁਣੇ ਤੁਸੀਂ ਮੈਨੂੰ ਕਿ ਜਿਹੜੀ ਸੀ ਕੀਸਟੋਨ ਐਕਸਲ ਦਾ ਸਵਾਲ ਪੁੱਛ ਕੇ ਜੀ, $7.5 ਬਿਲੀਅਨ ਸਟੇਕ ਤੇ ਲੱਗਾ ਅਲਬਰਟਨਸ ਲੋਕਾਂ ਦਾ, ਜਦੋਂ ਕਿ ਅੱਧੇ ਤੋਂ ਨੇੜੇ ਤੇੜੇ ਲੋਕ ਜਿਹੜੇ ਆ ਘਰੀ ਬੈਠੇ ਆ, ਜੋਬਾਂ ਹੈ ਨਹੀਂ ਉਹਨਾਂ ਦੇ ਕੋਲ, ਟੋਲਦੇ ਆ।
ਤੇ ਉਸ ਤੋਂ ਪਹਿਲਾਂ 4.7 ਬਿਲੀਅਨ ਡਾਲਰ ਜਿਹੜੀ ਟੈਕਸ ਰਿਬੇਟ ਦੇ ਰੂਪ ਚ ਉਹਨਾਂ ਕੰਪਨੀਆਂ ਨੂੰ ਦੇ ਚੁੱਕੇ ਆ ਜਿਨ੍ਹਾਂ ਨੇ ਬਿਸਤਰੇ ਬੰਨੇ ਹੋਏ ਸੀ ਠੀਕ ਹੈ ਆਪਣੇ ਜਿਹੜੇ ਪ੍ਰੋਜੈਕਟ ਕਲੋਜ਼ ਕਰਕੇ ਤੋਂ ਬੰਦ ਜੀ, ਕਰਕੇ ਜੀ। ਬਾਹਰ ਨਿਕਲ ਜਾਣ ਦੇ। ਔਰ ਦੂਸਰੇ ਪਾਸੇ ਫੈਡਰਲ ਮਨੀ ਆ ਜਿਹੜਾ ਇਕਨੋਮਿਕ ਸਟਿਮੂਲਸ ਪੈਕੇਜ ਆ ਬਿਲਕੁਲ ਸੇਫ ਸਕੂਲ ਰੀਓਪਨਿੰਗ ਜੀ ਹੈਲਥ ਕੇਅਰ ਵਰਕਰਸ ਤੇ ਨਾਲ ਦੀ ਨਾਲ ਸਮਾਲ ਸਕੇਲ ਬਿਜ਼ਨਸ ਉਹਨਾਂ ਦੀ ਸੇਫਟੀ ਉਹਨਾਂ ਦੀ ਰਿਵਾਈਵਲ ਉਹਨਾਂ ਦੇ ਬਚਾਅ ਲਈ ਬਿਲਕੁਲ। ਇੰਨੇ ਕ੍ਰਿਟੀਕਲ ਇਹੋ ਜਿਹੜੇ ਇਸ਼ੂ ਨੇ ਉਹਦੇ ਤੇ ਆਰਾਮ ਨਾਲ ਚੁੱਪਧਾਰੀ ਬੈਠੇ ਨੇ। ਨਵਾਂ ਕੋਈ ਨਾ ਕੋਈ ਹੋਰ ਹੀ ਸ਼ੋਸ਼ਾ ਛੱਡ ਦਿੰਦੇ ਨੇ ਬਿਲਕੁਲ। ਉਹਦੇ ਸਿਰ ਤੇ ਸਰਕਾਰ ਚਲਾ ਰਹੇ ਨੇ। ਪਰ ਲੋਕ ਜਿਹੜੇ ਨੇ ਲਗਾਤਾਰ ਕੋਸ਼ਿਸ਼ ਹੋ ਰਹੇ ਨੇ। ਮੈਂ ਤੁਹਾਨੂੰ ਤਾਂ ਵੀ ਦੱਸਿਆ ਕਿ ਬਹੁਤ ਚੰਗਾ ਕੀਤਾ ਤੁਸੀਂ ਸਵਾਲ ਕੀਤਾ ਔਰ ਮੈਨੂੰ ਇਹ ਆਪਣੀ ਕਮਿਊਨਿਟੀ 'ਚੋਂ ਬਹੁਤ ਜ਼ਿਆਦੀਆਂ ਕਾਲਾਂ ਆਈਆਂ ਕਿ ਇਹਦੇ ਬਾਰੇ ਤੁਸੀਂ ਬੋਲੋ। ਮੈਂ ਉਹਨਾਂ ਨੂੰ ਦੱਸਿਆ ਵੀ ਇਹਦੇ ਤੇ ਸਪੈਸ਼ਲੀ ਅਸੀਂ ਆਪਣੇ ਮੋਸ਼ਨ ਰੱਖ ਚੁੱਕੇ ਹਾਂ। ਮੋਸ਼ਨ ਸਾਡੇ ਡਿਫੀਟ ਹੋ ਚੁੱਕੇ ਆ ਜੀ ਤੇ ਵਿਧਾਨ ਸਭਾ 'ਚ ਰੋਜ਼ ਬੋਲਦੇ ਜਿੱਥੇ ਮੌਕਾ ਮਿਲਦਾ ਉੱਥੇ ਵੀ ਬੋਲਦੇ ਹਾਂ ਤੁਹਾਡੇ ਬਿਹਾਫ ਤੇ। ਮੈਂ ਕਮਿਊਨਿਟੀ ਨੂੰ ਵੀ ਕਹਿੰਦਾ ਇਹ ਮੈਸੇਜ ਦਿੰਦਾ ਕਿ ਪ੍ਰੈਸ਼ਰ ਬਿਲਡ ਕਰੋ। ਬਿਲਕੁਲ ਤੁਹਾਡੇ ਪੈਸੇ ਆ ਫੈਡਰਲ ਗਵਰਨਮੈਂਟ ਨੇ ਦਿੱਤੇ ਹੋਏ ਆ ਉੱਥੇ ਪਏ ਆ ਔਰ ਇਸ ਵੇਲੇ ਹਾਲਾਤ ਬਹੁਤ ਬੁਰੇ ਦੌਰ ਚੋਂ ਲੰਘ ਰਹੇ ਨੇ ਜੀ। ਸਕੂਲ ਦੁਬਾਰਾ ਖੋਲ ਦਿੱਤੇ ਗਏ ਨੇ। ਜਿਹੜੀ ਸੈਕੰਡ ਵੇਵ ਸੀ ਕੋਵਿਡ-19 ਦੀ ਲੋਕਾਂ ਨੇ ਉਹਦਾ ਮਾਰੂ ਪ੍ਰਕੋਪ ਝੱਲਿਆ। ਬਿਲਕੁਲ 1500 ਤੇ ਉੱਤੇ ਡੈਥ ਹੋ ਗਈ ਆ ਅਲਬਰਟਾ ਦੇ ਵਿੱਚ। ਥੋੜੀ ਬਾੜੀ ਵੀ ਜੇ ਤੁਹਾਡੇ 'ਚ ਸੰਵੇਦਨਸ਼ੀਲਤਾ ਸੈਂਸਿਟੀਵਿਟੀ ਕਿਤੇ ਬਚੀ ਹੋਈ ਆ ਤੇ ਤੁਹਾਨੂੰ ਸਾਹਮਣੇ ਆਉਣਾ ਚਾਹੀਦਾ ਆ। ਯਾਨੀ ਕਿ ਬਹੁਤ ਦੁੱਖ ਵਾਲੀ ਗੱਲ ਆ ਮੇਰੇ ਕੋਲ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜ਼ਿੰਮੇਵਾਰੀ ਦੇ ਨਾਲ ਜਿਸ ਢੰਗ ਨਾਲ ਉਹ ਡੀਲ ਕਰ ਰਿਹਾ ਦੁਖਦਾਈ ਗੱਲ ਹੈ। ਪਰ ਲਗਾਤਾਰ ਮੈਂ ਕਹਿੰਦਾ ਕਮਿਊਨਿਟੀ ਨੂੰ ਜਿਹੜੇ ਉਹ ਲੋਕ ਨੇ ਉਹਨਾਂ ਨਾਲ ਸਾਡੀ ਸਿੰਪਥੀ ਆ ਜਿਨ੍ਹਾਂ ਦੇ ਲੋਕ ਜਾਨ ਗਵਾ ਗਏ ਮਾਰੇ ਜਾ ਚੁੱਕੇ ਇਹਦੇ ਵਿੱਚ ਉਹਨਾਂ ਨਾਲ ਸਾਡੀਆਂ ਹਮਦਰਦੀਆਂ ਨੇ। ਲੋਕਾਂ ਨੂੰ ਕਹਿੰਦੇ ਪ੍ਰੈਸ਼ਰ ਬਿਲਡ ਕਰੋ ਇਸ ਗਵਰਨਮੈਂਟ ਤੇ ਕਿ ਲੋਕਾਂ ਦੀ ਵਾਹ ਫੜੇ। ਐਜ਼ ਏ ਆਪੋਜੀਸ਼ਨ ਅਸੀਂ ਲਗਾਤਾਰ ਇਹਦੇ ਤੇ ਆਪਣਾ ਜਿਹੜਾ ਉਹ ਡਿਊਟੀ ਨਿਭਾਉਣ ਲੱਗੇ ਰਹਾਂਗੇ। ਬਿਲਕੁਲ ਦਿਲ ਸਾਹਿਬ ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਹੈ ਉਹਦਾ ਮੁੱਖ ਰੋਲ ਇਹੀ ਹੁੰਦਾ ਵੀ ਜਿਹੜੀ ਸਰਕਾਰ ਕੋਈ ਗਲਤ ਕੰਮ ਕਰ ਰਹੀ ਹੈ ਜਾਂ ਅਜਿਹੇ ਕੰਮ ਜਿਹੜੇ ਕਰਨੇ ਚਾਹੀਦੇ ਨਹੀਂ ਕਰ ਰਹੀ ਉਹਦੇ ਵਾਸਤੇ ਵੀ ਪ੍ਰੈਸ਼ਰ ਪਾਉਣਾ ਇਹ ਕੰਮ ਹੁੰਦਾ ਆਪੋਜੀਸ਼ਨ ਪਾਰਟੀ ਦਾ। ਦਿਲ ਸਾਹਿਬ ਅਗਲਾ ਸਵਾਲ ਆਪਣਾ ਥੋੜਾ ਲੋਕਲ ਐਡਮਿੰਟਨ ਨਾਲ ਰਿਲੇਟਡ ਆ। ਮੇਪਲ ਕ੍ਰੈਸਟ ਕਮਿਊਨਿਟੀ ਹੈ ਜੀ ਆਪਣੀ ਵਾਈਟ ਮਡ ਤੇ 17 ਸਟਰੀਟ ਦੇ ਨਜ਼ਦੀਕ 38 ਐਵੀਨਿਊ ਜਾਂਦਿਆਂ ਉੱਥੇ ਇੱਕ ਰੇਲਵੇ ਕ੍ਰਾਸਿੰਗ ਪੈਂਦੀ ਹੈ ਜੀ। ਪਿਛਲੇ ਕੁਝ ਦਿਨਾਂ ਦੀ ਗੱਲ ਆ ਇੱਕ ਡਰਾਈਵੇ ਦੇ ਉੱਪਰ ਕਿਸੇ ਵਹੀਕਲ ਨੂੰ ਆਲ ਆਫ ਸਡਨ ਅੱਗ ਲੱਗ ਗਈ ਜੀ। ਕੁਝ ਨੇਬਰਸ ਨੇ ਜਦੋਂ ਦੇਖਿਆ ਵੀ ਅੱਗ ਦੀਆਂ ਲਪਟਾਂ ਹੋ ਰਹੀਆਂ ਨੇ ਤੇ ਉਹਨਾਂ ਨੇ 911 ਤੇ ਕਾਲ ਕੀਤਾ। ਫਾਇਰ ਕਰੂ ਤੁਰ ਪਿਆ ਜੀ ਉੱਥੋਂ। ਪਰ ਕਿਉਂਕਿ ਰੇਲਵੇ ਫਾਟਕ ਤੇ ਟ੍ਰੇਨ ਲੰਘ ਰਹੀ ਸੀ ਤੇ ਉਹ ਜਿਹੜਾ ਕਰੂ ਆ ਬਿਲਕੁਲ ਨਜ਼ਦੀਕ ਸੀਗਾ ਜਿਹੜੀ ਘਟਨਾ ਸਥਲ ਆ। ਪਰ 5 ਮਿੰਟ ਉੱਥੇ ਉਹਨੂੰ ਰੁਕਣਾ ਪਿਆ ਜਿਸ ਕਰਕੇ ਦੇਰੀ ਹੋ ਗਈ। ਔਰ ਇਸ ਗੱਲ ਨੂੰ ਲੈ ਕੇ ਉਸ ਨੇਬਰਹੁੱਡ ਦੇ ਜਿਹੜੇ ਲੋਕ ਨੇ ਉਹਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਗਈ। ਉਹਨਾਂ ਨੇ ਜਿਹੜੀ ਸਿਟੀ ਆਫ ਐਡਮਿੰਟਨ ਜਾਂ ਗਵਰਨਮੈਂਟ ਆ ਇਹਨੂੰ ਬਲੇਮ ਵੀ ਕੀਤਾ। ਸੋ ਤੁਸੀਂ ਕੀ ਦੇਖਦੇ ਜੇ? ਤੁਸੀਂ ਮੈਨੂੰ ਪਤਾ ਹੈ ਕਿ ਇਹਦੇ ਵਾਸਤੇ ਕੋਈ ਸਪੈਸ਼ਲ ਆਨਲਾਈਨ ਇੱਕ ਹੋਸਟ ਵੀ ਕੀਤੀ ਸੀ ਇੱਕ ਇਵੈਂਟ। ਸੋ ਕੀ ਨਤੀਜਾ ਨਿਕਲਿਆ ਉਸ ਦਾ? ਪਹਿਲਾਂ ਤਾਂ ਜੀ ਜਿਹੜੀ ਤੁਸੀਂ ਕਮਿਊਨਿਟੀ ਦੀ ਗੱਲ ਕੀਤੀ ਆ ਉਹ ਐਡਮਿੰਟਨ ਮੈਡੋਜ਼ ਦੇ ਵਿੱਚ ਮੇਰੀ ਰਾਈਡਿੰਗ ਦਾ ਬਿਲਕੁਲ ਤੁਹਾਡਾ ਹਲਕਾ ਵਾ ਜੀ ਤਾਂ ਹੀ ਤੁਹਾਨੂੰ ਸਵਾਲ ਪੁੱਛਿਆ ਗਿਆ ਹੈ। ਮੈਂ 2 ਵਾਰ ਉਸ 2 ਡਿਫਰੈਂਟ ਇਲੈਕਸ਼ਨਾਂ 'ਚ ਜੀ ਉਸ ਜਿਹੜੀ ਆ ਕਮਿਊਨਿਟੀ ਦੇ ਵਿੱਚ ਡੋਰ ਨੌਕ ਕੀਤਾ। ਠੀਕ ਹੈ। ਪਹਿਲਾਂ ਜਦੋਂ ਕਮਿਊਨਿਟੀ ਬਹੁਤ ਨਵੀਂ ਸੀ ਉਹਦੇ ਤੋਂ ਬਾਅਦ 2019 ਹੁਣ ਤੇ ਕਾਫੀ ਡਿਵੈਲਪ ਹੋ ਚੁੱਕੀ ਜੀ ਕਮਿਊਨਿਟੀ। ਬਿਲਕੁਲ ਕਮਿਊਨਿਟੀ ਬੜੀ ਰਿਜ਼ਿਲੀਐਂਟ ਤੇ ਬੜੇ ਕੰਪੈਸ਼ਨੇਟ ਪੀਪਲ ਹਾਂਜੀ ਜਿਹੜੇ ਮੇਰੇ ਬੜੇ ਨੇੜੇ ਦੇ ਮਿੱਤਰ ਮੇਰੇ ਰਿਸ਼ਤੇਦਾਰ ਜਿਹੜੇ ਲੋਕ ਉਸ ਏਰੀਆ ਦੇ ਵਿੱਚ ਰਹਿੰਦੇ ਆ। ਤੇ ਬਹੁਤ ਚੰਗੀ ਗੱਲ ਆ ਕਿ ਉਹ ਜਿਹੜਾ ਤੁਸੀਂ ਇਨਸੀਡੈਂਟ ਜਿਹਦਾ ਜ਼ਿਕਰ ਕੀਤਾ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਗੱਲ ਇਹ ਵੀ ਆਪਾਂ ਕਿੰਨਾ ਕੁ ਚਿਰ ਰੋਕ ਸਕਾਂਗੇ? ਮੇਰੀਆਂ ਜਿਹੜੀਆਂ ਹਮਦਰਦੀਆਂ ਨੇ ਉਹ ਉਸ ਪਰਿਵਾਰ ਦੇ ਨਾਲ ਨੇ ਤੇ ਐਜ਼ ਅ ਪੋਲੀਟੀਸ਼ੀਅਨ ਜਿਹੜੀ ਪੋਜੀਸ਼ਨ ਤੇ ਮੈਂ ਸਰਵ ਕਰਦਾ ਉਹਦੀਆਂ ਕੁਝ ਆਪਣੀਆਂ ਲਿਮਿਟੇਸ਼ਨਸ ਨੇ ਜੀ। ਪਰ ਨਾਲ ਦੀ ਨਾਲ ਐਜ਼ ਅ ਕਮਿਊਨਿਟੀ ਦਾ ਮੈਂਬਰ ਭਾਈਚਾਰੇ ਦਾ ਮੈਂਬਰ ਹੋਣ ਦੇ ਨਾਤੇ ਪਲੱਸ MLA ਹੋਣ ਕਰਕੇ ਮੈਂ ਸਮਝਦਾ ਪੋਲੀਟੀਸ਼ੀਅਨ ਹੋਣ ਦੇ ਨਾਤੇ ਜੋ ਵੀ ਮੇਰੇ ਕੋਲ ਸੋਰਸਿਸ ਨੇ ਜੀ ਜੋ ਵੀ ਮੇਰੀ ਪਹੁੰਚ ਦੇ ਵਿੱਚ ਹੋ ਸਕਦਾ ਤੇ ਮੈਂ ਸਮਝਦਾ ਉਹ ਮੇਰੀ ਜ਼ਿੰਮੇਵਾਰੀ ਬਣਦੀ ਆ ਇਹ ਲੋਕਾਂ ਨੂੰ ਸੁਣਨਾ ਵੀ ਤੇ ਉਹਦੇ ਤੇ ਐਡਵੋਕੇਸੀ ਜਿਹੜੀ ਆ ਬਿਲਕੁਲ ਉਹ ਵੀ ਜਿੰਨੀ ਵੱਧ ਤੋਂ ਵੱਧ ਹੋ ਸਕੇ ਉਹਨੂੰ ਕਰਨਾ। ਇਸੇ ਨੂੰ ਸਾਹਮਣੇ ਰੱਖ ਕੇ ਪਹਿਲਾਂ ਹਾਲਾਂਕਿ ਉਹ ਸਿੱਧੇ ਤੌਰ ਤੇ ਜੀ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਦਾ ਇਸ਼ੂ ਨਹੀਂ ਗਾ ਉਹਦੇ ਬਾਵਜੂਦ ਮੈਂ ਉਹਦੇ ਤੇ ਇਨੀਸ਼ੀਏਟਿਵ ਲੈ ਕੇ ਇਹ ਇੱਕ ਟਾਊਨ ਹਾਲ ਜਿਹੜਾ ਜ਼ੂਮ ਟਾਊਨ ਹਾਲ ਕਿਉਂਕਿ ਕੋਵਿਡ ਦੇ ਰਿਸਟ੍ਰਿਕਸ਼ਨ ਦੇ ਥਰੂ ਅਸੀਂ ਇਨ ਪਰਸਨ ਮਿਲ ਨਹੀਂ ਸਕਦੇ ਹਾਂਜੀ ਉਹ ਜਿਹੜਾ ਆਰਗੇਨਾਈਜ਼ ਕੀਤਾ ਸੀ ਜਿਹਦੇ ਵਿੱਚ ਆਪਣੇ ਕਾਉਂਸਲਰ ਮੋਹ ਬੰਗਾ
ਤੇ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਟਿਮ ਉੱਪਲ ਜੀ ਤੇ ਨਾਲ ਜਿਹੜੇ ਫਾਇਰ ਚੀਫ ਸੀ ਐਡਮਿੰਟਨ ਦੇ, ਉਹ ਵੀ ਇਨਵੋਲਵ ਹੋਏ ਸੀ ਤੇ 70 ਤੋਂ ਵੱਧ ਲੋਕ ਜਿਹੜੇ ਜੀ ਉਸ ਏਰੀਆ ਦੇ, ਉਹਨਾਂ ਨੇ ਆਪਣੀ ਫੀਡਬੈਕ ਦਿੱਤੀ ਆ। ਤੇ ਇਹ ਕੰਪਲਿਕੇਟਡ ਇਸ਼ੂ ਆ, ਸਿੱਧਾ ਇਹੋ ਸਿਟੀ ਨਾਲ ਜੁੜਿਆ ਹੋਇਆ, ਬਿਲਕੁਲ ਬੜੇ ਮਸਲੇ ਜਿਹੜੇ ਉਹਨਾਂ ਨੇ ਹੱਲ ਕਰਨੇ ਆ। ਪਰ ਮੈਂ ਐਜ਼ ਏ ਪ੍ਰੋਵਿੰਸ਼ੀਅਲ ਪੋਲੀਟੀਸ਼ੀਅਨ ਉਹਦੇ ਉੱਤੇ ਵੱਧ ਤੋਂ ਵੱਧ ਜਿਹੜਾ ਸਿਟੀ ਦੀ ਗਵਰਨਮੈਂਟ ਆ ਉਹਦੇ ਤੇ ਪ੍ਰੈਸ਼ਰ ਬਿਲਡ ਕਰਨ ਲਈ ਆਪਣੇ ਕਾਉਂਸਲਰ ਦੇ ਨਾਲ ਰਲ ਕੇ, ਤੇ ਨਾਲ ਦੀ ਨਾਲ ਜਿਹੜੀ ਤੀਸਰੇ ਲੈਵਲ ਦੀ ਸਰਕਾਰ ਆ, ਜਿਹੜੀ ਫੈਡਰਲ ਦੀ ਸਰਕਾਰ ਆ, ਜਿੱਥੇ ਕਿਤੇ ਉਹਨਾਂ ਦਾ ਵੀ ਰੋਲ ਹੋ ਸਕਦਾ, ਫੈਡਰਲ MP ਦੇ ਨਾਲ ਰਲ ਕੇ ਆਪਣੇ ਤੌਰ ਦੇ ਉੱਤੇ ਆਪਣੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹਦੇ ਜਿਹੜੇ ਕਮਿਊਨਿਟੀ ਅਫੇਅਰਸ ਦੇ ਮਿਨਿਸਟਰ ਨੇ, ਤੇ ਨਾਲ ਦੀ ਨਾਲ ਜਿਹੜੇ ਮਿਊਨਿਸਪਲ ਅਫੇਅਰਸ ਤੇ ਨਾਲ ਜਿਹੜੇ ਇਨਫਰਾਸਟ੍ਰਕਚਰ ਦੇ ਮਿਨਿਸਟਰ ਨੇ, ਉਹਨਾਂ ਨੂੰ ਵੀ ਮੈਂ ਆਪਣੇ ਚਿੱਠੀਆਂ ਲਿਖ ਰਿਹਾ, ਇਨਵੋਲਵ ਕਰ ਰਿਹਾ ਕਿ ਫਰਜ਼ ਕਰੋ ਕੱਲ੍ਹ ਨੂੰ ਕੋਈ ਇੱਦਾਂ ਦੀ ਡਿਵੈਲਪਮੈਂਟ ਕਨਵਰਸੇਸ਼ਨ ਡਿਸਕਸ਼ਨ ਦੇ ਵਿੱਚ ਇੱਦਾਂ ਦੀ ਡਿਵੈਲਪਮੈਂਟ ਆਉਂਦੀ ਆ ਕਿ ਜਿਹਦੇ ਵਿੱਚ ਐਂਥਨੀ ਹੈਂਡੇ ਦੀ ਇਨਵੋਲਵਮੈਂਟ ਹੁੰਦੀ ਆ, ਬਿਲਕੁਲ, ਤੇ ਹੋ ਸਕਦਾ ਉਹਦੇ ਵਿੱਚ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਜਿਹੜੀ ਇਨਵੋਲਵ ਹੋਵੇ, ਜਾਂ ਮੇਰੀ ਕੋਸ਼ਿਸ਼ ਹੋਊਗੀ ਵੀ ਕੋਈ ਵੀ ਇਸ਼ੂ ਜਿਹੜਾ ਉਹ ਇੱਦਾਂ ਦਾ ਜਿੱਥੇ ਕਿਤੇ ਰੈਜ਼ੋਲੂਸ਼ਨ ਕੋਈ ਲੱਭਦੇ ਆ ਕਿਸੇ ਵੀ ਲੈਵਲ ਦੀ ਗਵਰਨਮੈਂਟ ਦਾ ਉਹਦੇ ਵਿੱਚ ਕੋਈ ਰੋਲ ਹੋਵੇ, ਤਾਂ ਮੇਰੀ ਕੋਸ਼ਿਸ਼ ਹੈ ਕਿ ਉਹ ਹੈਲਪ ਜਿਹੜੀ ਆ ਉਹ ਕਮਿਊਨਿਟੀ ਦੇ ਇੱਥੇ ਲਿਆਂਦੀ ਜਾਵੇ। ਇਹ ਰੋਲ ਨਿਭਾ ਰਹੇ ਆ। ਤੇ ਨਾਲ ਆਪਣੇ ਕਾਉਂਸਲਰ ਨੂੰ ਵੀ ਅਪੀਲ ਕੀਤੀ ਆ, ਉਹ ਐਗਰੀ ਕਰਦੇ ਸੀ ਮੇਰੇ ਨਾਲ। ਇੱਥੋਂ ਉੱਪਲ ਸਾਹਿਬ ਨੂੰ ਵੀ ਉਦਣ ਕਿਹਾ ਸੀ, ਇੱਥੋਂ ਰਲ ਕੇ ਇੱਕ ਜਿਹੜਾ ਲੈਟਰ ਆ ਪੂਰੀ ਦੀ ਪੂਰੀ ਸਿਟੀ ਕਾਉਂਸਲ ਨੂੰ, ਸਾਰੇ ਜਿਹੜੇ ਕਾਉਂਸਲ ਮੈਂਬਰ ਨੇ ਉਹਨਾਂ ਨੂੰ ਇੱਕ ਦੁਆਰਾ ਲਿਖਾਂਗੇ ਕਿ ਇਸ ਇਸ਼ੂ ਨੂੰ ਪ੍ਰਾਇਓਰਟੀ ਦੇ ਬੇਸ ਦੇ ਉੱਤੇ ਹੱਲ ਕੀਤਾ ਜਾਏ, ਡਿਸਕਸ ਕੀਤਾ ਜਾਏ, ਇਹਦਾ ਹੱਲ ਲੱਭਿਆ ਜਾਏ। ਤੇ ਉਦੋਂ ਬੰਗਾ ਸਾਹਿਬ ਨੇ ਵੀ ਪ੍ਰੋਮਿਸ ਕੀਤਾ ਸੀ ਕਿ ਇਹਦੇ ਤੇ ਮੋਸ਼ਨ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਮੋਸ਼ਨ ਲਿਆਉਣਗੇ ਉਹ। ਤੇ ਇਹ ਸਾਡੀਆਂ ਅਜੇ ਕੋਸ਼ਿਸ਼ਾਂ ਨੇ ਉਹਦੇ ਤੇ ਦੇਖੋ ਕਿਸ ਤਰ੍ਹਾਂ ਦੇ ਜਿਹੜੇ ਕਮਿਊਨਿਟੀ ਦੇ ਨਾਲ ਲਗਾਤਾਰ ਜੁੜੇ ਰਹਾਂਗੇ ਤੇ ਉਹਨਾਂ ਦਾ ਜਿਹੜਾ ਫੀਡਬੈਕ ਲਗਾਤਾਰ ਆਉਂਦਾ ਰਹੂਗਾ, ਜਿਹੜਾ ਵੀ ਉਹਦੇ ਲਈ ਰੈਜ਼ੋਲੂਸ਼ਨ ਲੱਭਦਾ ਤੇ ਉਹਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਚੱਲਦੀ ਰਹੂਗੀ। ਠੀਕ ਹੈ ਦਿਓਲ ਸਾਹਿਬ, ਅਗਰ ਕੋਵਿਡ ਦੇ ਕੇਸਾਂ ਦੀ ਗੱਲ ਕਰੀਏ ਤੇ ਅਲਬਰਟਾ ਦੇ ਵਿੱਚ ਲਗਾਤਾਰ ਘਟ ਰਹੇ ਨੇ, ਜਿਹੜੀ ਕਿ ਬਹੁਤ ਅੱਛੀ ਖਬਰ ਆ। ਇਸੇ ਤਰ੍ਹਾਂ ਹਸਪੀਟਲ ਦੇ ਵਿੱਚ ਜਿਹੜੇ ਪੇਸ਼ੈਂਟ ਨੇ ICU ਦੇ ਵਿੱਚ ਨੇ ਉਹ ਵੀ ਘਟ ਰਹੇ ਨੇ। ਅੱਜ ਅਲਬਰਟਾ ਦੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹਦਾ ਬਿਆਨ ਆਇਆ ਕਿ ਹੁਣ ਤੱਕ ਲਗਭਗ 1 ਲੱਖ ਵੈਕਸੀਨੇਸ਼ਨ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਅਲਬਰਟਾ ਦੇ ਵਿੱਚ। ਉਹਦੇ ਵਿੱਚੋਂ 10,000 ਇਹੋ ਜਿਹੇ ਨੇ ਜਿਨ੍ਹਾਂ ਨੂੰ ਦੋਨੋਂ ਡੋਜ਼ਸ ਜਿਹੜੀਆਂ ਨੇ ਦਿੱਤੀਆਂ ਜਾ ਚੁੱਕੀਆਂ ਨੇ ਕੋਵਿਡ ਵੈਕਸੀਨ ਦੀਆਂ। ਸੋ ਤੁਹਾਡੀ ਪਾਰਟੀ ਨੂੰ ਕੀ ਲੱਗ ਰਿਹਾ ਵੀ ਜਿਹੜੀ ਗਵਰਨਮੈਂਟ ਦੀ ਸਟ੍ਰੈਟਜੀ ਆ ਇਸ ਵੈਕਸੀਨੇਸ਼ਨ ਨੂੰ ਲੈ ਕੇ, ਇਹ ਬਿਲਕੁਲ ਠੀਕ ਹੈ ਜੀ? ਦੋ ਪਾਰਟ ਨੇ ਜੀ ਇਹਦੇ। ਇੱਕ ਤਾਂ ਇਹ ਆ ਵੀ ਇਹ ਤਸੱਲੀ ਦੀ ਗੱਲ ਹੈ ਵੀ ਇਹ ਜਿਹੜੇ ਕੇਸ ਥੱਲੇ ਗਏ ਆ, ਬਿਲਕੁਲ ਹਸਪੀਟਲਾਂ ਨੂੰ ਜਿਹੜਾ ਥੋੜਾ ਰਾਹਤ ਮਿਲੀ ਆ। ਤੇ ਨਾਲ ਦੀ ਨਾਲ ਇਹ ਸਮਝਣ ਦੀ ਲੋੜ ਹੈ ਕਿ ਪੂਰਾ ਲੋਕਡਾਊਨ ਦੇ ਥਰੂ ਲੋਕਾਂ ਨੂੰ ਸਥਿਤੀ ਇਦਾਂ ਦੀ ਬਣ ਗਈ ਇਹ ਇਸ ਲੈਵਲ ਤੇ ਜਾ ਕੇ ਐਕਸਟ੍ਰੀਮ ਸਿਚੁਏਸ਼ਨ ਨੇ ਜਾ ਕੇ ਇਹਨੂੰ ਕੰਟਰੋਲ ਕੀਤਾ। ਚਲੋ ਥੋੜੀ ਤਸੱਲੀ ਦੀ ਗੱਲ ਹੈ। ਪਰ ਮਾੜਾ ਪੱਖ ਇਹਦਾ ਇਹ ਆ ਵੀ ਜਿਹੜੀ ਸਕੂਲ ਰੀਓਪਨਿੰਗ ਸਟ੍ਰੈਟਜੀ ਹੈ, ਬਿਲਕੁਲ ਹਜੇ ਸਿੱਖਿਆ ਨਹੀਂ ਉਹਦੇ ਤੋਂ ਕੁਝ ਵੀ। ਹਾਂਜੀ, ਠੀਕ ਹੈ ਜੀ। ਕਿਉਂਕਿ ਜਿਹੜਾ ਪਿਛਲੀ ਵਾਰੀ ਸਕੂਲ ਸੀ ਉਦੋਂ ਵੀ ਕਾਫੀ ਕੇਸਿਸ ਸੀਗੇ, ਆਊਟਬ੍ਰੇਕ ਸੀਗੇ। ਹੁਣ ਅਗਰ ਖਾਸ ਕਰਕੇ ਉਸੇ ਪੈਟਰਨ ਨੂੰ ਲਾਗੂ ਕਰਤਾ ਦੁਬਾਰਾ ਤੇ ਉਹਦੀਆਂ ਨਿਊਜ਼ ਆਲਰੇਡੀ ਬਾਹਰ ਆਉਣੀਆਂ ਸ਼ੁਰੂ। ਮਿਲਵੁੱਡਸ ਦੇ ਵਿੱਚ ਆਪਣਾ ਸਕੂਲ ਹੈ ਜੀ, ਜੇ ਪਰਸੀ ਸਕੂਲ, ਉਹਨੂੰ ਹੁਣ ਉਹਨਾਂ ਨੇ ਆਨਲਾਈਨ ਕਰਤਾ, ਆਊਟਬ੍ਰੇਕ ਹੋ ਗਈ ਉੱਥੇ। ਮੈਂ ਉਹੀ ਗੱਲ ਕਰਦਾ ਜੀ, ਜਿਹੜੀ ਸਰਕਾਰ ਦੀ ਮੈਂ ਸਮਝਦਾ ਕਿ ਨਾਰਾਜ਼ਗੀ ਕਹੀਏ ਲੋਕਾਂ ਨਾਲ, ਕਿਹੜੀ ਗੱਲ ਤੋਂ ਆ, ਕਿਹੜੇ ਇਸ਼ੂ ਤੋਂ ਆ, ਉਹ ਬਹੁਤ ਜਾਣੀ ਕਿ ਸਮਝ ਆਉਣ ਵਾਲੀ ਗੱਲ। ਮੈਨੂੰ ਲਾਪਰਵਾਹੀ ਲੱਗਦੀ ਥੋੜੀ ਜਿਹੀ। ਹਾਂ, ਲਾਪਰਵਾਹੀ ਤੋਂ ਵੀ ਗਾਂਹ ਦਾ ਕੰਮ ਹੈ ਵੀ ਇਹਦੇ ਵਿੱਚ ਬੜੀ ਤੁਹਾਡੇ ਕੋਲ ਸਾਇੰਸ ਬੇਸਡ ਇਨਫੋਰਮੇਸ਼ਨ ਹੈ, ਡਾਕਟਰਸ ਆ, ਐਕਸਪਰਟਸ ਨੇ, ਉਹ ਤੁਹਾਨੂੰ ਲਗਾਤਾਰ ਪੁਸ਼ ਕਰ ਰਹੇ ਨੇ, ਤੁਹਾਨੂੰ ਅਪਡੇਟ ਕਰ ਰਹੇ ਨੇ ਡੇਲੀ ਬੇਸ ਦੇ ਉੱਤੇ। ਤੇ ਤੁਸੀਂ ਆਰਾਮ ਨਾਲ ਹੱਥ ਧਰ ਕੇ ਬੈਠੇ ਹੋਏ। ਜਿਹੜਾ ਤੁਹਾਡਾ ਦੂਜਾ ਪਾਰਟ ਸੀ ਕੁਐਸਚਨ ਦਾ, ਉਹ ਵੀ ਤੁਸੀਂ ਦੇਖੋ ਨਾ, ਸਾਡਾ ਜਿਹੜਾ ਫੇਜ਼ 1A ਆ, 1B ਉਹ ਜਨਵਰੀ ਦੇ ਐਂਡ 'ਚ ਡਨ ਹੋ ਜਾਣਾ। ਫੇਜ਼ 2 ਫਰਵਰੀ ਦੇ ਐਂਡ 'ਤੇ ਡਨ ਹੋ ਜਾਣਾ, ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਵੀ ਉਹ 75 ਸਾਲ ਤੋਂ ਲੈ ਕੇ 65 ਸਾਲ ਦੇ ਜਿਹੜੇ ਇੰਡੀਜੀਨਸ ਕਮਿਊਨਿਟੀਜ਼ ਦੇ ਨਾਲ ਸੀਨੀਅਰਸ ਨੇ, ਉਹਨਾਂ ਨੂੰ ਵੈਕਸੀਨੇਸ਼ਨ ਮਿਲਣੀ ਆ। ਪਰ ਉਹਦੇ ਤੋਂ ਅੱਗੇ ਅਜੇ ਕੋਈ ਇਨਫੋਰਮੇਸ਼ਨ ਨਹੀਂ ਹੈ। ਤੁਸੀਂ ਕੰਪੇਅਰ ਕਰਕੇ ਦੇਖੋ ਦੂਜੀਆਂ ਪ੍ਰੋਵਿੰਸਸ ਨੂੰ, ਪਲੈਨਿੰਗ ਦੀ ਘਾਟ ਆ ਕਿਤੇ ਨਾ ਕਿਤੇ। ਦੂਜੀਆਂ ਪ੍ਰੋਵਿੰਸਸ ਨੂੰ ਜਿਹੜੀਆਂ ਅੰਟਾਰੀਓ ਆ, BC ਆ, ਸਾਡੀ ਗੁਆਂਢ ਵਾਲੀ ਆ, ਦੂਜੇ ਪਾਸੇ ਸਸਕੈਚਵਨ, ਅਸੀਂ ਵਿਚਕਾਰ ਆ ਦੋਨਾਂ ਦੇ। ਉਹਨਾਂ ਨਾਲ ਕੰਪੈਰੀਜ਼ਨ ਦੇ ਰੂਪ 'ਚ ਦੇਖੋ ਵੀ ਅਸੀਂ ਕਿੱਥੇ ਬੈਠੇ ਹਾਂ, ਸਾਡੀ ਹਾਲਤ ਕੀ ਆ, ਅਸੀਂ ਵੱਧ ਇਫੈਕਟਡ ਆ, ਸਾਡੀ ਕੋਈ ਪਲੈਨਿੰਗ ਨਹੀਂ। ਅੱਜ ਵੀ ਉਹਨਾਂ ਦੀ ਵੈਬਸਾਈਟ ਜਾ ਕੇ ਖੋਲੋਗੇ, ਅਸੀਂ ਐਜ਼ ਏ MLA, ਸਾਡੇ ਜਿਹੜੇ ਅਫੀਸ਼ੀਅਲ ਕ੍ਰਿਟਿਕ
ਅਸੀਂ ਪਰਸਨਲ ਈਮੇਲਸ ਵੀ ਭੇਜਦੇ ਆ, ਅਫੀਸ਼ੀਅਲ ਈਮੇਲਸ ਭੇਜਦੇ ਆ, ਤੇ ਹਜੇ ਉਹਨਾਂ ਨੇ ਉਹਦੇ ਤੇ ਗੱਲਬਾਤ ਹਜੇ ਸੋਚਣੀ ਆ ਵੀ ਉਹਦੇ ਪ੍ਰਾਇੋਰਟੀ ਲਿਸਟ ਨਹੀਂ ਤਿਆਰ ਕੀਤੀ ਸੈਕੰਡ ਫੇਜ਼ ਦੇ ਲਈ ਅਜੇ ਤੱਕ। ਸੋ ਬਹੁਤ ਮੰਦਭਾਗਾ। ਸੋ ਦਿਓਲ ਸਾਹਿਬ ਬਹੁਤ ਵਧੀਆ ਲੱਗਿਆ, ਜਿਹੜੇ ਕਾਫੀ ਅਹਿਮ ਮੁੱਦੇ ਸੀਗੇ ਅਲਬਰਟਾ ਦੀ ਰਾਜਨੀਤੀ ਨਾਲ ਸੰਬੰਧਿਤ ਸੀਗੇ, ਕੁਝ ਐਡਮਿੰਟਨ ਦੀ ਸੇਫਟੀ ਨੂੰ ਲੈ ਕੇ ਮੁੱਦੇ ਸੀਗੇ, ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਸਰਦਾਰ ਜਸਵੀਰ ਸਿੰਘ ਦਿਓਲ, ਜਿਹੜੇ ਕਿ ਐਡਮਿੰਟਨ ਮੈਡੋਜ਼ ਤੋਂ MLA ਹਨ। ਇਹਨਾਂ ਨੇ ਸਾਡੇ ਨਾਲ ਅੱਜ ਅਲਬਰਟਾ ਦੀ ਰਾਜਨੀਤੀ ਦੇ ਵੱਖ-ਵੱਖ ਜਿਹੜੇ ਪਹਿਲੂ ਹਨ ਉਹਨਾਂ ਬਾਰੇ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਔਰ ਅਗਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਦਿਓ ਜੀ ਇਜਾਜ਼ਤ। ਧੰਨਵਾਦ।